ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਅਹਿਮ ਖਬਰਾਂ। ਜਿਸ ਤਰ੍ਹਾਂ 2022 ਦੀਆਂ ਚੋਣਾਂ ਨੇੜੇ ਆਉਣ ਲੱਗੇ ਨੇ ਉਸ ਤਰ੍ਹਾਂ ਹੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਬਹੁਤ ਜ਼ਿਆਦਾ ਸਰਗਰਮੀਆਂ ਵੱਧ ਗਈਆਂ ਨੇ, ਹਲਚਲਾਂ ਵਧੀਆਂ ਨੇ। ਸੋ ਇਹ ਹਲਚਲਾਂ ਕਿਸ ਤਰ੍ਹਾਂ ਵੱਧ ਰਹੀਆਂ ਨੇ ਇਸ ਬਾਰੇ ਗੱਲਬਾਤ ਕਰਾਂਗੇ ਅੱਜ। ਸੋ ਸਪੈਸ਼ਲੀ ਗੱਲ ਕਰਾਂਗੇ ਮਾਝੇ ਬਾਰੇ ਅੱਜ, ਕਿਉਂਕਿ ਮਾਝੇ ਦੀ ਜੋ ਰਾਜਨੀਤੀ ਹੈ ਉਹ ਸਾਡੇ ਪੰਜਾਬ ਦੀ ਰਾਜਨੀਤੀ ਦੇ ਉੱਪਰ ਕਾਫੀ ਜ਼ਿਆਦਾ ਪ੍ਰੈਸ਼ਰਾਈਜ਼ ਕਰਕੇ ਚਲਾ ਰਹੀ ਹੈ, ਕਿਉਂਕਿ ਇਸ ਸਮੇਂ ਜ਼ਿਆਦਾ ਜੋ ਵੱਡੀ ਕਮਾਨ ਹੈ ਉਹ ਮਾਝੇ ਦੇ ਹੱਥ ਦੇ ਵਿੱਚ ਹੈ। ਸੋ ਦੂਸਰੇ ਪਾਸੇ ਜਿਸ ਤਰ੍ਹਾਂ ਗੱਲ ਕਰ ਰਹੇ 2022 ਦੀਆਂ ਚੋਣਾਂ ਦੇ ਵਿੱਚ ਜਿੱਥੇ ਸਰਗਰਮੀਆਂ ਵੱਧ ਚੁੱਕੀਆਂ ਨੇ ਸਾਰੀਆਂ ਪਾਰਟੀਆਂ ਦੇ ਵੱਲੋਂ, ਉੱਥੇ ਉਮੀਦਵਾਰ ਵੀ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਸਰਗਰਮ ਹੋਣ ਲੱਗੇ ਨੇ। ਲੇਕਿਨ ਇਹਨਾਂ ਸਰਗਰਮੀਆਂ ਦੇ ਨਾਲ ਦੀ ਨਾਲ ਪਾਰਟੀਆਂ ਦੇ ਮੱਥਿਆਂ ਦੇ ਉੱਪਰ ਵੀ ਲਕੀਰਾਂ ਵਧਣੀਆਂ ਸ਼ੁਰੂ ਹੋ ਗਈਆਂ ਨੇ। ਕਾਰਨ ਕੀ ਹੈ? ਇੱਕ ਇਲਾਕੇ ਦੇ ਵਿੱਚੋਂ ਕਈ ਕੈਂਡੀਡੇਟ ਟਿਕਟਾਂ ਦੀ ਦਾਅਵੇਦਾਰੀ ਠੋਕਦੇ ਨਜ਼ਰ ਆ ਰਹੇ ਨੇ। ਸੋ ਇਹ ਜ਼ਿਆਦਾ ਘਮਸਾਨ ਜੇਕਰ ਪੈ ਰਿਹਾ ਤਾਂ ਉਹ ਮਾਝੇ ਦੇ ਵਿੱਚ ਪੈ ਰਿਹਾ ਹੈ, ਕਿਉਂਕਿ ਮਾਝਾ ਬ੍ਰਿਗੇਡ ਇਸ ਸਮੇਂ ਪੂਰੀ ਤਰੀਕੇ ਨਾਲ ਅਫੈਕਟ ਕਰ ਰਿਹਾ ਪੰਜਾਬ ਦੀ ਰਾਜਨੀਤੀ ਨੂੰ। ਵੱਡੇ ਨਾਮ ਮਾਝੇ ਤੋਂ ਆ ਰਹੇ ਨੇ। ਸੋ ਮਾਝੇ ਦੀ ਅੱਜ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਾਝੇ ਦੇ ਉੱਪਰ ਬਟਾਲਾ ਸੀਟ ਦੀ, ਜੋ ਇਸ ਸਮੇਂ ਹੌਟ ਸੀਟ ਬਣਦੀ ਹੋਈ ਨਜ਼ਰ ਆ ਰਹੀ ਹੈ। ਕਿਸ ਤਰ੍ਹਾਂ ਹੌਟ ਸੀਟ ਬਣ ਰਹੀ ਹੈ, ਕਿਹੜੇ ਉਹ ਚਿਹਰੇ ਨੇ, ਕਿਹੜੇ ਉਹ ਵੱਡੇ ਲੀਡਰ ਨੇ ਜੋ ਇੱਥੇ ਆਪਣੀਆਂ ਦਾਅਵੇਦਾਰੀਆਂ ਠੋਕਦੇ ਨਜ਼ਰ ਆ ਰਹੇ ਨੇ। ਚਾਹੇ ਗੱਲ ਅਕਾਲੀ ਦਲ ਦੀ ਕਰੀਏ, ਚਾਹੇ ਗੱਲ ਕਾਂਗਰਸ ਦੀ ਕਰੀਏ। ਸੋ ਇਸ ਬਟਾਲੇ ਦੀ ਹੌਟ ਸੀਟ ਬਾਰੇ ਗੱਲਬਾਤ ਕਰਨ ਦੇ ਲਈ, ਪੰਜਾਬ ਦੀ ਸਿਆਸਤ ਦੀ ਗੱਲ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਪ੍ਰੋਫੈਸਰ ਮਨਜੀਤ ਸਿੰਘ ਅਣਖੀ। ਸੋ ਸਭ ਤੋਂ ਪਹਿਲਾਂ ਅਣਖੀ ਸਾਹਿਬ ਦਾ ਸਵਾਗਤ ਕਰਾਂਗੇ। ਅਣਖੀ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਅਣਖੀ ਸਾਹਿਬ 2022 ਦੀਆਂ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਨੇ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਹੈ, ਚਾਹੇ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਅਕਾਲੀ ਦਲ ਹੈ। ਲਗਾਤਾਰ ਸਰਗਰਮੀਆਂ ਵੱਧ ਚੁੱਕੀਆਂ ਨੇ ਤੇ ਨਾਲ ਹੀ ਨਾਲ ਸਰਗਰਮੀਆਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਉਮੀਦਵਾਰਾਂ ਦੇ ਵੱਲੋਂ, ਕਿਉਂਕਿ ਕੁਝ ਸੀਟਾਂ ਅਜੇ ਵੀ ਜਿੱਥੇ ਉਹਨਾਂ ਦੇ ਇਨਾਮ ਅਨਾਉਂਸ ਨਹੀਂ ਹੋਏ ਉਮੀਦਵਾਰਾਂ ਦੀ, ਉੱਥੇ ਸਰਗਰਮੀਆਂ ਜ਼ਿਆਦਾ ਤੇਜ਼ ਨੇ। ਮਾਝੇ ਦੀ ਬ੍ਰਿਗੇਡ ਦੀ ਗੱਲ ਕਰੀਏ, ਜਿਨ੍ਹਾਂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਦਿੱਤਾ ਸੀ। ਨਾਮ ਲਈਏ ਸੁਖ ਸਰਕਾਰੀਆ ਜੀ, ਰੰਧਾਵਾ ਸਾਹਿਬ ਤੇ ਨਾਲ ਤ੍ਰਿਪਤ ਰਜਿੰਦਰ ਬਾਜਵਾ ਜੀ, ਜੋ ਇਸ ਸਮੇਂ ਕਮਾਂਡ ਦੇ ਵਿੱਚ ਨੇ, ਪੰਜਾਬ ਸਰਕਾਰ ਨੂੰ ਚਲਾਉਣ ਦੇ ਵਿੱਚ ਵੱਡਾ ਅਹਿਮ ਰੋਲ ਅਦਾ ਕਰ ਰਹੇ ਨੇ। ਸੋ ਉਹ ਸੀਟ ਮਾਝੇ ਦੀ ਸੀਟ ਜੋ ਕਿ ਹੌਟ ਸੀਟ ਬਣਦੀ ਨਜ਼ਰ ਆ ਰਹੀ ਹੈ। ਗੱਲ ਕਰ ਰਹੇ ਹਾਂ ਬਟਾਲੇ ਦੀ ਜੀ, ਕਿਵੇਂ ਦੇਖ ਰਹੇ ਹੋ? ਕਿਉਂਕਿ ਜਿੱਥੇ ਤ੍ਰਿਪਤ ਰਜਿੰਦਰ ਬਾਜਵਾ ਜੀ ਬਟਾਲਾ ਤੋਂ ਸੀਟ ਲੜਨ ਦੇ ਚਾਹਵਾਨ ਨੇ, ਉੱਥੇ ਦੂਸਰੇ ਬਾਜਵਾ ਜੀ ਪ੍ਰਤਾਪ ਬਾਜਵਾ ਦੀ ਗੱਲ ਕਰੀਏ, ਅਸ਼ਵਨੀ ਸ਼ੇਖੜੀ ਜੀ ਦੀ ਗੱਲ ਕਰੀਏ, ਜਾਂ ਫਿਰ ਇੰਦਰ ਸ਼ੇਖੜੀ ਦੀ ਗੱਲ ਕਰੀਏ, ਜਾਂ ਫਿਰ ਲੋਧੀ ਸਾਹਿਬ ਦੀ, ਲੋਧੀ ਨੰਗਲ ਸਾਹਿਬ ਦੀ ਗੱਲ ਕਰੀਏ, ਲਖਵੀਰ ਜੀ ਦੀ ਗੱਲ ਕਰੀਏ। ਸੋ ਪੰਜ ਵੱਡੇ ਚਿਹਰੇ ਇੱਥੇ ਸੀਟਾਂ ਦੀ ਦੋਹਾਂ ਪਾਰਟੀਆਂ ਵੱਲੋਂ ਦਾਅਵੇਦਾਰੀ ਠੋਕਦੇ ਨਜ਼ਰ ਆ ਰਹੇ ਨੇ। ਕਿਵੇਂ ਲੱਗ ਰਿਹਾ ਹੈ ਹੌਟ ਸੀਟ ਕਿਸ ਤਰ੍ਹਾਂ ਰਹੇਗੀ ਤੇ ਕਿੰਨਾ ਚਿਹਰਿਆਂ ਨੂੰ ਕਾਂਗਰਸ ਵੱਲੋਂ, ਕਿਉਂਕਿ ਕਾਂਗਰਸ ਵੱਲੋਂ ਵੱਡੇ ਤਿੰਨ ਨਾਮ ਉਮੀਦਵਾਰੀ ਦੀ ਦਾਅਵੇਦਾਰੀ ਠੋਕਦੇ ਨਜ਼ਰ ਆ ਰਹੇ ਨੇ, ਤੇ ਇਧਰੋਂ ਲੋਧੀ ਨੰਗਲ ਸਾਹਿਬ ਦੀ ਵੀ ਥੋੜੀ ਜਿਹੀ ਆਪਣੀ, ਕਿਉਂਕਿ ਸਿਟਿੰਗ ਐਮਐਲਏ ਨੇ, ਉਹ ਏਰੀਆ ਨੂੰ ਛੱਡਣਾ ਚਾਹੁੰਦੇ ਨੇ, ਦੂਸਰੇ ਹਲਕੇ ਦੇ ਵਿੱਚ ਜਾਣਾ ਚਾਹੁੰਦੇ ਨੇ। ਤੇ ਉਧਰ ਨਾਲ ਅਸ਼ਵਨੀ ਸ਼ੇਖ ਦੇ ਛੋਟੇ ਭਰਾ ਉਹ ਵੀ ਇੱਥੇ ਉਮੀਦਵਾਰ ਬਣਦੇ ਨਜ਼ਰ ਆ ਰਹੇ ਨੇ। ਕਿਵੇਂ ਦੇਖ ਰਹੇ ਪੂਰੀ ਸਿਆਸਤ ਨੂੰ? ਕਿਵੇਂ ਰਹੇਗੀ ਸੀਟ? ਕਿਹੜੇ ਚਿਹਰੇ ਨੇ ਜੋ ਉਮੀਦਵਾਰ ਦੇ ਤੌਰੋਂ ਉਧਰ ਸਕਦੇ ਨੇ? ਮਾਨ ਸਾਹਿਬ, ਇਸ ਤਰ੍ਹਾਂ ਕੀ ਬਹੁਤ ਵਧੀਆ ਭੂਮਿਕਾ 'ਚ ਤੁਸੀਂ ਵਿਸਥਾਰ ਦਾ ਇਸ ਪ੍ਰੋਗਰਾਮ ਦੀ ਰੂਪਰੇਖਾ ਜਿਹੜੀ ਖਿੱਚੀ ਹੈ ਕਿ ਇਸ ਪ੍ਰੋਗਰਾਮ ਦੀ ਜਿਹੜੀ ਮਨਸ਼ਾ ਹੈ ਉਹ ਵਿਧਾਨ ਸਭਾ ਹਲਕਾ ਬਟਾਲਾ ਦੇ ਉਸ ਰਾਜਨੀਤਿਕ ਸਿਆਸੀ ਸਮੀਕਰਨਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਇਆ ਔਰ ਉਹਨਾਂ ਚਿਹਰਿਆਂ ਨੂੰ ਲੈ ਕੇ ਗੱਲ ਕਰਨੀ ਕਿ ਜਿਹੜੇ ਇਸ ਵੇਲੇ ਸਰਗਰਮ ਰਾਜਨੀਤੀ ਜਿਹੜੀ ਉਹ ਚਲਾ ਰਹੇ। ਸਭ ਤੋਂ ਪਹਿਲਾਂ ਜੇਕਰ ਆਪਾਂ ਮਾਝਾ ਬ੍ਰਿਗੇਡ ਦੀ ਗੱਲ ਕਰੀਏ ਤਾਂ ਮਾਝਾ ਬ੍ਰਿਗੇਡ ਦੇ ਵਿੱਚ ਦੋ ਨਾਮ ਜਿਹੜੇ ਬੜੇ ਮਹੱਤਵਪੂਰਨ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ ਜਾਂ ਚੰਨੀ ਦੀ ਸਰਕਾਰ ਹੋਵੇ, ਉਹ ਦੋ ਤਿੰਨ ਚਿਹਰੇ ਜਿਹੜੇ ਨੇ ਉਹ ਹਮੇਸ਼ਾ ਚਰਚਿਤ ਰਹੇ ਨੇ, ਜਿਨ੍ਹਾਂ ਵਿੱਚ ਇੱਕ ਤਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਣੀ ਹੈ ਔਰ ਦੂਜਾ ਸੁਖਜਿੰਦਰ ਸਿੰਘ ਰੰਧਾਵਾ, ਤੀਜਾ ਸੁਖ ਸਰਕਾਰੀਆ। ਤੇ ਆਪਾਂ ਗੱਲ ਜਿਹੜੀ ਆ ਆਪਾਂ ਵਿਧਾਨ ਸਭਾ ਹਲਕਾ ਬਟਾਲਾ ਦੀ ਕਰਨ ਲੱਗੇ, ਜਿਹੜੀ ਹੌਟ ਸੀਟ ਬਣਦੀ ਜਾਂਦੀ ਹੈ, ਬਣਦੀ ਇਸ ਤਰੀਕੇ ਨਾਲ ਜਾ ਰਹੀ ਹੈ ਕਿਉਂਕਿ ਜੇਕਰ ਤੁਸੀਂ ਕਾਂਗਰਸ ਦੀ ਗੱਲ ਕਰੋ, ਜਿਸ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ, ਵਿਆਖਿਆ ਕੀਤੀ ਕਿ ਕਾਂਗਰਸ ਦੇ ਬੜੇ ਵੱਡੇ ਚਿਹਰੇ ਨੇ ਜਿਹੜੇ ਇਸ ਪਾਸੇ ਇੰਟਰਸਟਡ ਨੇ, ਜਿਨ੍ਹਾਂ ਵਿੱਚ ਸਭ ਤੋਂ ਪ੍ਰਤਾਪ ਸਿੰਘ ਬਾਜਵੇ ਦਾ ਨਾਮ ਆਉਂਦਾ, ਦੂਜਾ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦਾ ਆਉਂਦਾ ਔਰ ਤੀਸਰਾ ਨਾਮ ਅਸ਼ਵਨੀ ਸ਼ੇਖੜੀ ਦਾ ਆਉਂਦਾ। ਹੁਣ ਜਦੋਂ ਕਾਂਗਰਸੀ ਗਲਿਆਰਿਆਂ ਦੀ ਗੱਲ ਕਰੀਏ ਤਾਂ ਮਾਨ ਸਾਹਿਬ ਪਿਛਲੇ ਦੌਰ ਦੇ ਵਿੱਚ ਇਸ ਗੱਲ 'ਚ ਕੋਈ ਦੋ ਰਹਿਮਾ ਨਹੀਂ, ਪੰਜਾਬ ਨਹੀਂ ਬਟਾਲੇ ਦਾ ਬੱਚਾ ਇਸ ਗੱਲ ਨੂੰ ਜਾਣਦਾ ਕਿ ਪਿਛਲੇ 50 ਸਾਲਾਂ ਦੌਰਾਨ ਜਾਂ 4.5 ਸਾਲ ਦੌਰਾਨ ਜਿਸ ਤਰੀਕੇ ਨਾਲ ਬਟਾਲੇ ਦੇ ਵਿੱਚ ਇੱਕ ਵਿਕਾਸ ਦਾ ਕੰਮ ਜਿਹੜੇ ਕੰਮ ਹੋਏ ਨੇ, ਜੰਗੀ ਪੱਧਰ ਤੇ ਕੰਮ ਹੋਣੇ, ਚਾਹੇ ਉਹ ਸੜਕਾਂ ਨੇ, ਚਾਹੇ ਪੁਲ ਨੇ, ਜਾਂ ਹੋਰ ਵੀ ਆਵਾਜ਼, ਜਿੰਨਾ ਵੀ ਕੰਮ ਹੋਇਆ ਉਸ ਦਾ ਸਿਹਰਾ ਸਿੱਧਾ ਤਾਂ ਸਿੱਧਾ ਕ੍ਰੈਡਿਟ ਜਿਹੜਾ ਸੀ ਅਸੀਂ ਨਹੀਂ, ਮਤਲਬ ਪੰਜਾਬ ਜਿਹੜੇ ਵਿਧਾਨ ਸਭਾ ਹਲਕੇ ਦੇ ਲੋਕ ਨੇ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਦਿੰਦੇ ਆ।
ਤ੍ਰਿਪਤ ਰਜਿੰਦਰ ਬਾਜਵੇ ਦੀ ਹੀ ਅਸੀਂ ਕਹਿ ਸਕਦੇ ਕਿ ਬਦੌਲਤ ਜਿਹੜਾ ਸ਼ਹਿਰ ਦਾ ਵਿਕਾਸ ਸਰਬਪੱਖੀ ਵਿਕਾਸ ਹੋਇਆ। ਬੇਸ਼ੱਕ ਉਹਦੇ ਵਿਰੋਧੀ ਜੋ ਮਰਜ਼ੀ ਕਹਿਣ, ਪਰ ਵੱਡੇ ਪੱਧਰ ਤੇ ਲੋਕ ਇਸ ਗੱਲ ਨੂੰ ਸਵੀਕਾਰ ਕਰਦੇ ਆ। ਔਰ ਨਗਰ ਨਿਗਮ ਦੀਆਂ ਚੋਣਾਂ ਹੋਈਆਂ, ਨਗਰ ਨਿਗਮ ਚੋਣਾਂ ਦੇ ਵਿੱਚ ਸ਼ਾਇਦ ਤ੍ਰਿਪਤ ਰਜਿੰਦਰ ਦੇ ਕੀਤੇ ਕੰਮਾਂ ਦਾ ਹੀ ਪ੍ਰਭਾਵ ਸੀ ਕਿ 35 MC ਜਿਹੜੇ ਕਾਂਗਰਸ ਦੇ ਨੇ ਉਹਦੇ ਖੇਮੇ ਦੇ ਚੁਣੇ ਗਏ। ਪਰ ਦੂਜੇ ਪਾਸੇ ਉਸ ਸਮੇਂ ਐਂਟਰੀ ਜਿਹੜੀ ਸੀ ਉਹ ਰੌਲਾ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਪੈ ਗਿਆ ਤ੍ਰਿਪਤ ਰਜਿੰਦਰ ਬਾਜਵੇ ਨਾਲ। ਤੇ ਕੈਪਟਨ ਅਮਰਿੰਦਰ ਸਿੰਘ ਹੋਣੀ ਜਿਸ ਤਰੀਕੇ ਦੀ ਉਹਨਾਂ ਦੀ ਕਾਰਜਸ਼ੈਲੀ ਰਹੀ ਆ, 4.5 ਸਾਲ ਦੌਰਾਨ ਉਹਨਾਂ ਨੇ ਅਸ਼ਵਨੀ ਸੇਖੜੀ ਨੂੰ ਉੱਠਣ ਨਹੀਂ ਦਿੱਤਾ ਪੂਰਨ ਤੌਰ ਤੇ, ਜਿਸ ਤਰ੍ਹਾਂ ਪੰਜਾਬੀ ਚ ਕਹਿੰਦੇ ਕਿ ਠੋਕ ਕੇ ਰੱਖਿਆ ਹਰ ਤਰੀਕੇ ਨਾਲ ਫਾਰਵਰਡ ਤੇ। ਤਾਂ ਜਦੋਂ ਥੋੜਾ ਜਿਹਾ ਵੇਖਿਆ ਕਿ ਹੁਣ ਤ੍ਰਿਪਤ ਰਜਿੰਦਰ ਬਾਜਵਾ ਜਦੋਂ ਕੈਪਟਨ ਅਮਰਿੰਦਰ ਸਿੰਘ ਨਾਲ ਮਤਲਬ 36 ਦਾ ਅੰਕੜਾ ਜਦੋਂ ਚੱਲਣਾ ਸ਼ੁਰੂ ਹੋ ਗਿਆ, ਤਾਂ ਉਹਨਾਂ ਨੇ ਜਿਹੜੀ ਆ ਅਸ਼ਵਨੀ ਸੇਖੜੀ ਨੂੰ ਆਸ਼ੀਰਵਾਦ ਦੇ ਕੇ ਇੱਕ ਬਰਾਬਰ ਦਾ ਨੇਤਾ ਜਿਹੜਾ ਸੀ ਉਹ ਸ਼ੋਅ ਕਰਤਾ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਨੇ। ਹਾਂਜੀ ਸਾਹਿਬ, ਇੱਕ ਮਿੰਟ ਰੋਕਣ ਲੱਗਿਆ, ਮੈਂ ਪਹਿਲਾਂ ਗੁਜ਼ਾਰਿਸ਼ ਕਰਾਂਗਾ ਮੇਰੀ ਟੀਮ ਨੂੰ ਵੀ ਜਿਹੜੇ ਨਾਮਾਂ ਦੀ ਤੁਸੀਂ ਚਰਚਾ ਕਰ ਰਹੇ ਹੋ, ਜਿਹੜੇ ਵੱਡੇ ਨਾਮ ਉੱਥੇ ਉਮੀਦਵਾਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਹੇ ਨੇ, ਆਪਾਂ ਉਹਨਾਂ ਦੇ ਵੀ ਨਾਲ ਪਿਕਸ ਚੱਲਦੇ ਰਹਿਣ, ਸੋ ਸਾਡੇ ਦਰਸ਼ਕ ਉਹਨਾਂ ਦੇ ਰੂਬਰੂ ਹੁੰਦੇ ਰਹਿਣ ਵੀ ਕਿਹੜੇ ਉਹ ਵੱਡੇ ਚਿਹਰੇ ਨੇ। ਸੋ ਮੈਂ ਗੁਜ਼ਾਰਿਸ਼ ਕਰਾਂਗਾ ਸਾਡੀ ਟੀਮ ਨੂੰ ਵੀ ਉਹ ਚਿਹਰੇ ਵੀ ਦਿਖਾਏ ਜਾਣ ਨਾਲ। ਤੁਸੀਂ ਕੰਟੀਨਿਊ ਕਰੋ ਸਰ, ਅਣਖੀ ਸਰ ਕੰਟੀਨਿਊ ਕਰ ਲਓ ਜੀ। ਜੀ ਤਾਂ ਜਦੋਂ ਫਿਰ ਕੈਪਟਨ ਅਮਰਿੰਦਰ ਔਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਜਿਹੜਾ ਘਮਸਾਨ ਮੱਚਿਆ, ਤਾਂ ਅਸ਼ਵਨੀ ਸੇਖੜੀ ਨੇ ਮਤਲਬ ਉਸ ਵਕਤ ਇੱਕ ਕਾਰਡ ਸੁੱਟਿਆ ਕਿ ਮੈਂ ਜੀ ਅਕਾਲੀ ਦਲ ਜੁਆਇਨ ਕਰ ਰਹੇ ਹਾਂ, ਮੈਂ ਅਕਾਲੀ ਦਲ ਮਤਲਬ ਉਹ ਸਭ ਤੋਂ ਵੱਡਾ ਅਸ਼ਵਨੀ ਸੇਖੜੀ ਨੇ ਜਿਹੜਾ ਹਿੰਦੂ ਕਾਰਡ ਖੇਡਿਆ ਜੀ ਪੰਜਾਬ ਕਾਂਗਰਸ ਦੇ ਵਿੱਚ ਹਿੰਦੂਆਂ ਨੂੰ ਜਿਹੜੀ ਪ੍ਰਤੀਨਿਧਤਾ ਨਹੀਂ ਦਿੱਤੀ ਜਾ ਰਹੀ। ਹਾਲਾਂਕਿ ਅਸ਼ਵਨੀ ਸੇਖੜੀ ਤੋਂ ਕਦੇ ਇਹ ਬੰਦਾ ਯਕੀਨ ਨਹੀਂ ਕਰ ਸਕਦਾ ਕਿ ਉਹਦੇ ਵਰਗਾ ਬੰਦਾ ਇਹੋ ਜਿਹੀ ਗੱਲ ਕਰੇਗਾ, ਕਿਉਂਕਿ ਉਹ 2-3 ਵਾਰੀ ਵਿਧਾਇਕ ਰਹੇ ਨੇ, ਮੰਤਰੀ ਰਾਜ ਮੰਤਰੀ ਵੀ ਰਿਹਾ, ਪਰ ਉਹਨੇ ਫਿਰ ਵੀ ਹਿੰਦੂ ਕਾਰਡ ਜਦੋਂ ਖੇਡਿਆ ਤਾਂ ਉਸ ਹਿੰਦੂ ਕਾਰਡ ਦਾ ਜਿਹੜਾ ਪ੍ਰਭਾਵ ਆ ਉਹ ਸ਼ਹਿਰ ਦੇ ਲੋਕਾਂ ਦੇ ਤੇ ਮਾੜਾ ਗਿਆ ਜਿਹੜੇ ਸਿੱਖ ਹਲਕੇ ਸੀ। ਕਿਉਂਕਿ ਜਦੋਂ ਤੁਸੀਂ ਇੱਕ ਲੀਡਰ ਹੀ ਹਿੰਦੂ ਸਿੱਖ ਦੀ ਗੱਲ ਕਰਨੀ ਸ਼ੁਰੂ ਕਰ ਦੇਗਾ ਤਾਂ ਕੁਦਰਤੀ ਤੌਰ ਤੇ ਉਸਦਾ ਪ੍ਰਭਾਵ ਤਾਂ ਜਾਣਾ ਹੀ ਜਾਣਾ। ਤਾਂ ਉਸ ਵਕਤ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੀ ਮੈਂ ਅਕਾਲੀ ਦਲ ਜੁਆਇਨ ਕਰ ਰਿਹਾ, ਅਕਾਲੀ ਦਲ 'ਚ ਹਿੰਦੂਆਂ ਦੇ ਪ੍ਰਤੀਨਿਧਤਾ ਬਤੌਰ ਹਿੰਦੂ ਲੀਡਰ ਹੀ ਉਹ ਦੂਜੇ ਪਾਸੇ ਜਾਣਾ ਸ਼ੁਰੂ ਹੋਈ ਅਕਾਲੀ ਦਲ ਦੇ ਵਿੱਚ। ਤੇ ਜਦੋਂ ਕਿ ਦੂਜੇ ਪਾਸੇ ਕਈ ਕੁਝ ਇਹੋ ਜਿਹਾ ਹੋਇਆ, ਇਹਨਾਂ ਲੋਕਾਂ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਅਸ਼ਵਨੀ ਸੇਖੜੀ ਬਗਾਵਤ ਕਰ ਰਿਹਾ ਕਾਂਗਰਸ ਦੇ ਵਿੱਚ, ਕਾਂਗਰਸ ਨੂੰ ਛੱਡ ਕੇ ਅਕਾਲੀ ਦਲ 'ਚ ਜਾ ਰਿਹਾ, ਤਾਂ ਉਸ ਸਮੇਂ ਤੱਕ ਤ੍ਰਿਪਤ ਰਜਿੰਦਰ ਬਾਜਵੇ ਨਾਲ ਵੀ ਉਹਨਾਂ ਦਾ 36 ਦਾ ਅੰਕੜਾ ਜਿਹੜਾ ਉਹ ਪੈ ਚੁੱਕਾ ਸੀ। ਡਾਕਟਰ ਰਾਜਕੁਮਾਰ ਵੇਰਕੇ ਨੇ ਭੂਮਿਕਾ ਨਿਭਾਈ, ਅਸ਼ਵਨੀ ਸੇਖੜੀ ਨੂੰ ਪੰਜਾਬ ਪੱਧਰ ਦੀ ਚੇਅਰਮੈਨੀ ਦੇ ਦਿੱਤੀ। ਤਾਂ ਜਦੋਂ ਚੇਅਰਮੈਨੀ ਮਿਲੀ 2-4 ਦਿਨ ਅਸ਼ਵਨੀ ਸੇਖੜੀ ਦੇ ਕੈਪਟਨ ਅਮਰਿੰਦਰ ਸਿੰਘ ਬੜੇ ਨਾਲੋਂ ਨਾਲ ਨਜ਼ਰ ਆਏ। ਤਾਂ ਉਹਨਾਂ ਦਿਨਾਂ ਦੇ ਵਿੱਚ ਅਸ਼ਵਨੀ ਸੇਖੜੀ ਦੀ ਜ਼ਬਾਨ ਜਿਹੜੀ ਸੀ ਉਹ ਤ੍ਰਿਪਤ ਰਜਿੰਦਰ ਦੇ ਸੰਬੰਧੀ ਕਿਸ ਤਰ੍ਹਾਂ ਬੋਲਦੀ ਰਹੀ ਉਹ ਸਾਰੇ ਲੋਕਾਂ ਨੂੰ ਪਤਾ। ਇੱਥੋਂ ਤੱਕ ਕਿ ਪਰਸਨਲ ਲਾਤੇ ਐਲੀਗੇਸ਼ਨ ਕਿ ਤੂੰ ਪਿੱਠ 'ਚ ਤ੍ਰਿਪਤ ਰਜਿੰਦਰ ਨੇ ਪਿੱਠ 'ਚ ਛੁਰਾ ਮਾਰਿਆ ਕਾਂਗਰਸ ਦਾ, ਇੱਦਾਂ ਦਾ ਅਸ਼ਵਨੀ ਸੇਖੜੀ ਨੇ ਬਹੁਤ ਕੁਝ ਇਹੋ ਜਿਹੀਆਂ ਗੱਲਾਂ ਕਹੀਆਂ। ਪਰ ਉਸ ਵਕਤ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਹੱਥ ਸੀ ਤੇ ਕੁਦਰਤੀ ਤੌਰ ਤੇ ਤ੍ਰਿਪਤ ਰਜਿੰਦਰ ਬਾਜਵਾ ਜਿਹੜੇ ਬਟਾਲੇ ਦੇ ਵਿੱਚ ਚੋਣਾਂ ਲੜਨ ਦਾ ਮੂਡ ਬਣਾ ਰਹੇ ਸਨ, ਉਹਨਾਂ ਨੂੰ ਫਤਿਹਗੜ੍ਹ ਝੂੜੀਆਂ ਹਲਕੇ ਵੱਲ ਤੋੜ ਦਿੱਤਾ ਗਿਆ। ਅਸ਼ਵਨੀ ਸੇਖੜੀ ਦਾ ਸਮਾਂ ਉੱਭਰਿਆ ਥੋੜਾ ਜਿਹਾ, ਮਹੀਨਾ 1.5 ਮਹੀਨਾ ਅਸ਼ਵਨੀ ਸੇਖੜੀ ਨੇ ਉਦਘਾਟਨਾਂ ਤੇ ਪੂਰਾ ਜ਼ੋਰ ਰੱਖਿਆ, ਕਦੇ ਕਿਤੇ ਉਦਘਾਟਨ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਜੇ ਹੈ ਉਹ ਹੈ। ਪਰ ਉਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਬੜਾ ਧਾਕੜ ਸਿਆਸਤਦਾਨ ਹੈ, ਉਹਨੇ ਅਸ਼ਵਨੀ ਸੇਖੜੀ ਨੂੰ ਕਿਸੇ ਪਾਸੇ ਜਾਣ ਨਹੀਂ ਦਿੱਤਾ ਔਰ ਨਾਲ ਹੀ ਨਾਲ ਉਹਨੇ ਪ੍ਰਤਾਪ ਸਿੰਘ ਬਾਜਵੇ ਨੂੰ ਵੀ ਬਟਾਲੇ 'ਚ ਐਂਟਰੀ ਕਰਾਤੀ। ਜਦੋਂ ਪ੍ਰਤਾਪ ਸਿੰਘ ਬਾਜਵੇ ਨੂੰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਜਿਹੜਾ ਅਖੀਰਲਾ ਯਤਨ ਸੀ ਉਹ ਇਹੋ ਯਤਨ ਸੀ ਕਿ ਕਿਸੇ ਵੀ ਸੂਰਤ ਦੇ ਵਿੱਚ ਤ੍ਰਿਪਤ ਰਜਿੰਦਰ ਬਾਜਵੇ ਨੂੰ ਮੈਂ ਖਤਮ ਕਰਨਾ ਬਟਾਲੇ ਦੇ ਵਿੱਚ ਉੱਤੇ ਫਤਿਹਗੜ੍ਹ ਚੂੜੀਆਂ ਚੋਂ। ਇੱਥੋਂ ਤੱਕ ਉਹਨਾਂ ਨੇ ਕਿਹਾ ਵੀ ਇਹ ਪਤਾ ਵੀ ਹੈ ਕਿ ਸੁਨਾਹ ਵੀ ਪਹੁੰਚਾਇਆ ਕੈਪਟਨ ਅਮਰਿੰਦਰ ਸਿੰਘ ਨੇ ਕਿ ਤੈਨੂੰ ਅਸੀਂ ਜਿੱਤਣ ਨਹੀਂ ਦੇਣਾ। ਤਾਂ ਹੀ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਨੇ ਸ਼ਰੇਆਮ ਕਿਹਾ ਸੀ ਕਿ ਤੂੰ ਪਤਾ ਨਹੀਂ ਸਾਨੂੰ ਜਿੱਤਣ ਕਦੋਂ ਦੇਣਾ ਕਿ ਨਹੀਂ ਦੇਣਾ, ਅਸੀਂ ਤੇਰੀ ਕੁਰਸੀ ਵੀ ਤੇਰੇ ਕੋਲ ਨਹੀਂ ਰਹਿਣ ਦੇਣੀ। ਜਿਹੜਾ ਸਭ ਤੋਂ ਪਹਿਲਾਂ ਜਦੋਂ ਹਰੀਸ਼ ਰਾਵਤ ਨੂੰ ਮਿਲਣ ਗਏ ਨੇ ਉੱਥੇ ਆਪਣੇ ਉੱਤਰਾਖੰਡ ਦੇ ਵਿੱਚ, ਉਦੋਂ ਦੀ ਮੈਂ ਗੱਲ ਕਰ ਰਿਹਾ। ਅੱਛਾ ਚਲੋ ਉਹ ਵੱਖਰਾ ਇਸ਼ੂ ਸੀ। ਪ੍ਰਤਾਪ ਸਿੰਘ ਬਾਜਵੇ ਹੋਣਾ ਨੇ ਬਟਾਲੇ 'ਚ ਐਂਟਰੀ ਕੀਤੀ। ਜਦੋਂ ਪ੍ਰਤਾਪ ਸਿੰਘ ਬਾਜਵੇ ਦੀ ਐਂਟਰੀ ਹੋਈ ਤਾਂ ਅਸ਼ਵਨੀ ਸੇਖੜੀ ਨੂੰ ਲੱਗਾ ਕਿ ਸ਼ਾਇਦ ਹੁਣ ਆਪਣਾ ਕੰਮ ਖਤਮ ਆ, ਕਿਉਂਕਿ ਪ੍ਰਤਾਪ ਬਾਜਵੇ ਨੇ ਆਉਂਦਿਆਂ ਹੀ ਮੁਨਸ਼ੀ ਤੋਂ ਲੈ ਕੇ ਤੇ SSP ਪੱਧਰ ਦੀਆਂ ਸਾਰੀਆਂ ਬਦਲੀਆਂ ਕਰਾਈਆਂ। ਆਪਣੀ ਇੱਕ ਮਜ਼ਬੂਤੀ ਭਲਵਾਨੀ ਗੇੜਾ ਕਦੇ ਕਿਤੇ ਦੇ ਕਦੇ ਕਿਤੇ ਦੇ। ਉਹਨਾਂ ਨੇ ਕਿਹਾ ਤਾਂ ਕਿ ਮੈਂ ਚੋਪਰ ਘੁੰਮ ਰਿਹਾ, ਮੇਰਾ ਰੈਕੀ ਕਰ ਰਿਹਾ, ਤਾਂ ਮੈਂ ਵੇਖਣਾ ਕਿ ਟਿਕਟ ਮੈਂ ਕਿੱਥੋਂ ਲੜਦਾ ਮੈਂ, ਔਰ ਕਲੀਅਰ ਕੱਟ ਹੁੰਦਾ ਬਟਾਲੇ ਤੋਂ ਹੀ ਗੱਲ ਜਿਹੜੀ ਗੱਲ ਕੀਤੀ। ਪਰ ਰਾਜਨੀਤੀ 'ਚ ਜਿਸ ਤਰ੍ਹਾਂ ਸਥਿਤੀਆਂ ਤਾਂ ਅਸ਼ਵਨੀ ਸੇਖੜੀ ਨੂੰ ਫਿਰ ਬੈਕਫੁੱਟ ਤੇ ਚਲੇ ਗਏ। ਟ੍ਰੈਜੇਡੀ ਉਦੋਂ ਦਾ ਖਾਸ ਸਭ ਤੋਂ ਉਦੋਂ ਵਾਪਰਿਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਉਹਨਾਂ ਕੋਲ ਨਹੀਂ ਰਹੀ ਤਾਂ ਅਸ਼ਵਨੀ ਸੇਖੜੀ ਜਿਹਦੇ ਪਰਾਂ ਤੇ ਉੱਡਦੇ ਸੀ ਜਾਂ ਦੂਜੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਪਰਾਂ ਤੇ ਉੱਥੇ ਜਾ ਕੇ ਬਟਾਲੇ 'ਚ ਉਹਨਾਂ ਦਾ ਚੋਪਰ ਘੁੰਮਦਾ ਸੀ, ਜਦੋਂ ਉਹ ਪਾਰੀ ਵੱਢੇ ਗਏ ਤਾਂ ਅਖੀਰ 'ਚ ਐਂਟਰੀਆਂ ਸਥਿਤੀਆਂ ਫਿਰ ਬਦਲੀਆਂ। ਤਾਂ ਹੁਣ ਜਿਹੜੀ ਅੱਜ ਦੀ ਸਥਿਤੀ ਦੇ ਵਿੱਚ ਫਿਰ ਉੱਥੇ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦੀ ਜਿਹੜੀ ਹੈ ਫਿਰ ਪੂਤੀ ਬੋਲਣ ਲੱਗ ਪਈ ਹੈ। ਕੱਲ੍ਹ ਹੀ SSP ਦੀਆਂ ਜਿਹੜੀਆਂ ਬਦਲੀਆਂ ਹੋਈਆਂ ਉਹਨਾਂ ਦੀ ਮਨਮਰਜ਼ੀ ਦਾ SSP ਲਗਾਇਆ ਗਿਆ ਔਰ ਨਾਲ ਹੀ ਨਾਲ
ਵੱਡੇ ਪੱਧਰ ਤੇ ਉਹੀ ਹੀ ਜੋ ਕਸਤੂਰੀ ਲਾਲ ਸੇਠ ਪੁਰਾਣੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੀ ਜਾਂ ਦੂਜੇ ਪੰਮੇ ਨੂੰ ਹਟਾ ਕੇ ਦੂਜਾ ਮਾਰਕੀਟ ਕਮੇਟੀ ਦੇ ਚੇਅਰਮੈਨ, ਇਸ ਤਰ੍ਹਾਂ ਉਹ ਲਾਏ ਗਏ ਦੁਬਾਰਾ ਤ੍ਰਿਪਤ ਬਾਜਵਾ ਦੀ ਫਿਰ ਇਸ ਇਲਾਕੇ 'ਚ ਪੂਰੀ ਚੜ੍ਹਤ ਜਿਹੜੀ ਆ ਉਹ ਕਾਇਮ ਹੋਈ ਹੈ। ਤੇ ਅਸ਼ਵਨੀ ਸੇਠੀ ਤੁਸੀਂ ਦੱਸ ਰਹੇ ਹੋਣਾ ਵੀ ਤ੍ਰਿਪਤ ਬਾਜਵਾ ਦੀ ਤੂਤੀ ਚੱਲ ਰਹੀ ਹੈ ਤੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਆਧਾਰ ਤਕਰੀਬਨ ਪੰਜਾਬ ਕਾਂਗਰਸ ਚੋਂ ਖਤਮ ਹੋ ਚੁੱਕਿਆ, ਉਹ ਕਾਂਗਰਸ ਨੂੰ ਛੱਡਣ ਦੀ ਤਿਆਰੀ ਦੇ ਵਿੱਚ ਨੇ। ਹੁਣ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਅਸ਼ਵਨੀ ਸ਼ੇਖੜੀ ਜੀ ਨੂੰ ਪਹਿਲਾਂ ਰੋਕਿਆ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਿਆ ਸੀ ਕਿਉਂਕਿ ਉਹ ਅਕਾਲੀ ਦਲ 'ਚ ਜਾਣ ਲੱਗੇ ਸੀ, ਦੂਸਰਾ ਪ੍ਰਤਾਪ ਸਿੰਘ ਬਾਜਵਾ ਨੂੰ ਉੱਥੇ ਭੇਜਤਾ, ਉਹ ਕਹਿ ਰਹੇ ਸੀ ਮੈਂ ਟਿਕਟ, ਉਹਨਾਂ ਨੇ ਆਪਣੇ ਸਰਗਰਮੀਆਂ ਬਹੁਤ ਤੇਜ਼ ਕਰ ਦਿੱਤੇ ਸੀ। ਸੋ ਕੱਲੀ ਜੇ ਕਾਂਗਰਸ ਦੀ ਗੱਲ ਕਰੀਏ, ਬਾਕੀ ਪਾਰਟੀ ਦੀ ਗੱਲ ਨਾ ਕਰੀਏ, ਕਿਉਂਕਿ ਤਕਰੀਬਨ 3-4 ਚਿਹਰੇ ਨੇ ਜਿਹੜੇ ਉਮੀਦਵਾਰ ਨਜ਼ਰ ਆ ਰਹੇ ਨੇ। ਤੁਹਾਨੂੰ ਕੀ ਲੱਗਦਾ ਹੈ, ਕਿਉਂਕਿ ਜੇਕਰ ਆਪਾਂ ਹਾਈ ਕਮਾਨ ਦੀ ਗੱਲ ਕਰੀਏ, ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕਰੀਏ, ਉਹਨਾਂ ਦੀ ਨੀਤੀ ਦੀ, ਉਹ ਦੱਸ ਰਹੇ ਸੀਗੇ ਉਹਨਾਂ ਦੀ ਲਿਸਟ ਮੁਤਾਬਕ ਅਸ਼ਵਨੀ ਸ਼ੇਖੜੀ ਜੀ ਉੱਥੋਂ ਹਾਰਦੇ ਨਜ਼ਰ ਆ ਰਹੇ ਨੇ। ਦੂਸਰੇ ਪਾਸੇ ਇਹ ਵੀ ਕਿਆਸ ਰਹੀਆਂ ਨੇ ਵੀ ਬਟਾਲੇ ਦੀ ਜੋ ਸੀਟ ਹੈ ਉਹ ਇੱਕ ਹਿੰਦੂ ਚਿਹਰੇ ਲਈ ਹੈ, ਤਾਂ ਹਿੰਦੂ ਚਿਹਰੇ ਨੂੰ ਹੀ ਤਾਂ ਸੀਟ ਮਿਲੇਗੀ। ਹੁਣ ਤੁਹਾਨੂੰ ਕੀ ਲੱਗ ਰਿਹਾ, ਇੱਕ ਪਾਸੇ ਹਾਈ ਕਮਾਨ ਦੇ ਮੁਤਾਬਕ ਉਹਨਾਂ ਲਿਸਟਾਂ ਮੁਤਾਬਕ ਅਸ਼ਵਨੀ ਜੀ ਹਾਰਦੇ ਹੋਏ ਨਜ਼ਰ ਆ ਰਹੇ ਨੇ, ਤੇ ਦੂਸਰੇ ਪਾਸੇ ਚਿਹਰਾ ਵੀ ਉਹਨਾਂ ਕੋਲ ਇੱਕ ਹੈ। ਜੇ ਆਪਾਂ ਦੂਸਰੇ ਚਿਹਰਿਆਂ ਦੀ ਗੱਲ ਕਰੀਏ, ਜੇ ਪ੍ਰਤਾਪ ਬਾਜਵਾ ਦੀ ਗੱਲ ਕਰੀਏ ਜਾਂ ਤ੍ਰਿਪਤ ਬਾਜਵਾ ਦੀ ਗੱਲ ਕਰੀਏ, ਉਹ ਸਿੱਖ ਚਿਹਰੇ ਨੇ। ਕਿਵੇਂ ਲੱਗ ਰਿਹਾ ਵੀ ਹੁਣ ਸੀਟ ਕਿਹਨੂੰ ਮਿਲੇਗੀ, ਹਿੰਦੂ ਚਿਹਰੇ ਨੂੰ ਦਿੱਤੀ ਜਾਏਗੀ ਜਾਂ ਫਿਰ ਸਿੱਖ ਚਿਹਰਾ ਸਾਹਮਣੇ ਆਏਗਾ? ਸਵਾਲ ਇੱਥੇ ਅੜਿਆ ਪਿਆ, ਕਿਵੇਂ ਦੇਖ ਰਹੇ ਹੋ? ਜੀ ਦੇਖੋ, ਜਿਹੜੀ ਸਥਿਤੀਆਂ ਜਿਹੜੀਆਂ ਹਨ ਇਸ ਵੇਲੇ, ਜਿਸ ਤਰ੍ਹਾਂ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦੇ ਵੱਲੋਂ ਜਿਹੜਾ ਐਨਾਲਿਸਿਸ ਕੀਤਾ ਗਿਆ ਸੀ ਉਹਦੇ ਅਨੁਸਾਰ ਅਸ਼ਵਨੀ ਸ਼ੇਖੜੀ ਬੜੀ ਸ਼ਾਨ ਨਾਲ ਬਟਾਲੇ ਤੋਂ ਹਾਰਦਾ, ਕਲੀਅਰ ਕੱਟ ਹੈ, ਇਹਦੇ 'ਚ ਕੋਈ ਦੋ ਰਹਿਮਾ ਨਹੀਂ। ਜੋ ਪ੍ਰਸ਼ਾਂਤ ਕਿਸ਼ੋਰ ਦੀ ਰਿਪੋਰਟ ਜਿਹੜੀ ਹੈ, ਅੱਛਾ, ਉਹਦੇ ਹੁਣ ਅਸ਼ਵਨੀ ਸ਼ੇਖੜੀ ਦੇ ਫੇਵਰ 'ਚ ਕੇਵਲ ਇੱਕੋ ਹੀ ਗੱਲ ਜਾਂਦੀ ਹੈ, ਕਿਉਂਕਿ ਹਿੰਦੂ ਚਿਹਰਾ ਔਰ ਬਟਾਲੇ ਨੂੰ ਜਿਹੜੀ ਸੀਟ ਹੈ ਉਹ ਹਿੰਦੂ ਖੇਤਰ ਜਿਹੜਾ ਐਲਾਨਿਆ ਹੋਇਆ। ਪਰ ਇਹ ਸਮੇਂ ਦੀਆਂ ਗੱਲਾਂ ਨਹੀਂ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਵੱਲੋਂ ਜਦੋਂ ਲੋਧੀ ਨੰਗਲ ਨੂੰ ਉਤਾਰਿਆ ਗਿਆ ਤਾਂ ਉਹ ਸਿੱਖ ਚਿਹਰਾ ਬਟਾਲੇ ਤੋਂ ਜਿੱਤ ਕੇ ਉਹ ਸਾਹਮਣੇ ਆਏਗੀ। ਕਹਿਣ ਦਾ ਅਰਥ ਆ ਕਿ ਇਹ ਸਮੀਕਰਨ ਹੁਣ ਬਦਲਦੇ ਨਜ਼ਰ ਆਉਂਦੇ ਆ ਜਾਂ ਨਹੀਂ ਆਉਂਦੇ, ਇਹ ਇੱਕ ਵੱਖਰਾ ਇਸ਼ੂ ਆ। ਪਰ ਜਿਹੜੀ ਸਥਿਤੀ ਮੈਂ ਤੁਹਾਡੇ ਨਾਲ ਬਿਆਨ ਲੱਗਾ ਗੱਲ ਕਰਨ, ਹੁਣ ਜੇਕਰ ਟਿਕਟ ਦੀ ਗੱਲ ਕਰੀਏ ਤਾਂ ਟਿਕਟ ਤੇ ਮਜ਼ਬੂਤ ਦਾਅਵੇਦਾਰ ਜਿਹੜਾ ਅੱਜ ਦੇ ਤਰੀਕ 'ਚ ਤ੍ਰਿਪਤ ਬਾਜਵਾ, ਜੇਕਰ ਉਹ ਇੱਥੋਂ ਆਉਂਦੇ ਨੇ ਤਾਂ ਕੁਦਰਤੀ ਤੌਰ ਤੇ ਉਹਨਾਂ ਦੀ ਜਿੱਤ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਯਕੀਨੀ ਹੈ ਕਾਂਗਰਸ ਵੱਲੋਂ ਟਿਕਟ ਵੱਲ ਲੈ ਕੇ, ਔਰ ਦੂਜੇ ਬੰਨੇ ਆਪਣੀ ਟਿਕਟ ਦੀ ਔਰ ਚੋਣਾਂ ਦੀ। ਜੇਕਰ ਪ੍ਰਤਾਪ ਸਿੰਘ ਬਾਜਵੇ ਦੀ ਅਸੀਂ ਗੱਲ ਕਰਦੇ, ਪ੍ਰਤਾਪ ਸਿੰਘ ਬਾਜਵੇ ਦਾ ਹੁਣ ਕੀ ਆਧਾਰ ਹੈ, ਕਿਉਂਕਿ ਉਹਨਾਂ ਦਾ ਆਪਣਾ ਭਰਾਵਾਂ ਦਾ ਫਤਿਹਜੰਗ ਸਿੰਘ ਬਾਜਵਾ, ਉਹਨਾਂ ਦਾ ਆਪਣਾ ਪਰਿਵਾਰਕ ਕੋਈ ਮਤਭੇਦ ਨੇ। ਹੁਣ ਪ੍ਰਤਾਪ ਸਿੰਘ ਬਾਜਵੇ ਹੁਣੀ ਕਾਦੀਆਂ ਤੋਂ ਜਾ ਸਕਦੇ, ਦੁਬਾਰਾ ਆਪਣੇ ਜਿਹੜਾ ਉਹਨਾਂ ਦਾ ਹਲਕਾ ਉੱਥੋਂ ਕਰ ਸਕਦੇ ਨੇ, ਜਾਂ ਜਿਸ ਤਰ੍ਹਾਂ ਇੱਕ ਤਰੀਕੇ ਦੀ ਜਿਹੜੀ ਸਥਿਤੀਆਂ ਜਿਹੜੀਆਂ ਚੱਲਦੀਆਂ ਪਈਆਂ ਨੇ। ਕਹਿਣ ਦਾ ਅਰਥ ਆ ਕਿ ਹੁਣ ਜਿਹੜੀ ਸਿੱਧੀ ਟੱਕਰ ਜਿਹੜੀ ਆ, ਕਿਉਂਕਿ ਕਿਸੇ ਵੀ ਸੂਰਜ ਤ੍ਰਿਪਤ ਬਾਜਵੇ ਨੇ ਜਿਸ ਤਰੀਕੇ ਦੀ ਅਸ਼ਵਨੀ ਸ਼ੇਖੜੀ ਨਾਲ ਉਹਨਾਂ ਦਾ 36 ਦਾ ਅੰਕੜਾ ਰਿਹਾ, ਜਿਸ ਤਰੀਕੇ ਦੀ ਇੱਕ ਦੂਜੇ, ਹਾਲਾਂਕਿ ਤ੍ਰਿਪਤ ਬਾਜਵੇ ਨੇ ਕਦੇ ਅਸ਼ਵਨੀ ਸ਼ੇਖੜੀ ਦੇ ਖਿਲਾਫ ਕੋਈ ਬੋਲ ਨਹੀਂ ਬੋਲੇ, ਜਦੋਂ ਕਿ ਹਮੇਸ਼ਾ ਅਸ਼ਵਨੀ ਸ਼ੇਖੜੀ ਦੀ ਜ਼ਬਾਨ ਫਿਸਲਦੀ ਰਹੀ ਰਜਿੰਦਰ ਸਿੰਘ ਬਾਜਵੇ ਦੇ ਸੰਬੰਧ ਦੇ ਵਿੱਚ। ਸੋ ਉਹਨਾਂ ਸਥਿਤੀਆਂ ਦੇ ਵਿੱਚ ਜਦੋਂ ਅਸੀਂ ਇਹ ਗੱਲ ਵੇਖਦੇ ਹਾਂ ਤਾਂ ਇਹ ਗੱਲ ਯਕੀਨੀ ਹੈ ਕਿ ਜਿੱਥੋਂ ਤੱਕ ਚੱਲਿਆ ਤ੍ਰਿਪਤ ਬਾਜਵੇ ਦਾ ਗਰੁੱਪ ਜਾਂ ਸਤਜਿੰਦਰ ਸਿੰਘ ਰੰਧਾਵੇ ਦਾ ਗਰੁੱਪ ਕਿਸੇ ਵੀ ਸੂਰਤ ਵਿੱਚ ਅਸ਼ਵਨੀ ਸ਼ੇਖੜੀ ਨੂੰ ਟਿਕਟ ਲੈਣ ਵਿੱਚ ਸਫਲ ਨਹੀਂ ਹੋਣ ਦੇਵੇਗਾ, ਇਹ ਗੱਲ ਤੇ ਯਕੀਨੀ ਆ। ਤਾਂ ਫਿਰ ਜੇਕਰ 36 ਦਾ ਮਤਲਬ ਪੈਂਦਾ ਤਾਂ ਉਹ ਤ੍ਰਿਪਤ ਬਾਜਵੇ ਤੇ ਹੀ ਜਿਹੜਾ ਸੈੱਟ ਪਏਗਾ, ਕਿਉਂਕਿ ਜਿਹੜੀ ਅਸ਼ਵਨੀ ਸ਼ੇਖੜੀ ਵੱਲੋਂ ਬੀਤੇ ਦੌਰ 'ਚ ਹਿੰਦੂ ਕਾਰਡ ਜਿਹੜਾ ਖੇਡਿਆ ਗਿਆ ਉਹਦਾ ਸਿੱਖ ਹਲਕਿਆਂ ਦੇ ਵਿੱਚ ਬਹੁਤ ਮਾੜਾ ਪ੍ਰਭਾਵ ਪਿਆ, ਕਿਉਂਕਿ ਉਸਨੇ ਸਿੱਧਾ ਹੀ ਬਲੈਕਮੇਲਿੰਗ ਕਰਨ ਦਾ ਯਤਨ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਰਾਜਨੀਤੀ ਦਾ ਹਮੇਸ਼ਾ ਇਹ ਰਿਹਾ ਕਿ ਉਹਨੇ ਕਦੇ ਬਲੈਕਮੇਲਿੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ। ਪਹਿਲਾਂ ਉਹਨੇ ਅਸ਼ਵਨੀ ਸ਼ੇਖੜੀ ਨੂੰ ਗੱਲ ਨਾਲ ਲਾ ਕੇ ਪੰਜਾਬ ਪੱਧਰ ਦੀ ਚੇਅਰਮੈਨੀ ਦੇ ਦਿੱਤੀ, ਔਰ ਚੇਅਰਮੈਨੀ ਦੇਣ ਤੋਂ ਬਾਅਦ ਨਾਲ ਹੀ ਪ੍ਰਤਾਪ ਬਾਜਵਾ ਦੀ ਐਂਟਰੀ ਕਰਾਤੀ। ਇਹ ਤਾਂ ਸਥਿਤੀ ਹੈਗੀ ਆ ਕਾਂਗਰਸ ਪਾਰਟੀ ਦੀ। ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ। ਅਕਾਲੀ ਦਲ ਦੇ ਉਸ ਤੋਂ ਪਹਿਲਾਂ ਮੈਂ ਤੁਹਾਡੇ ਇੱਕ ਸਵਾਲ ਹੋਰ ਲੈਣਾ ਚਾਹਾਂਗਾ ਵੀ ਜਿਵੇਂ ਤੁਸੀਂ ਕਿਹਾ ਵੀ ਪ੍ਰਸ਼ਾਂਤ ਕਿਸ਼ੋਰ ਦੇ ਜੋ ਐਨਾਲਿਸਿਸ ਸੀ, ਉਹਨਾਂ ਟੀਮ ਦੇ ਐਨਾਲਿਸਿਸ ਸੀ, ਉਹਨਾਂ ਨੇ ਦੱਸਿਆ ਸੀਗਾ ਵੀ ਇੱਥੋਂ ਅਸ਼ਵਨੀ ਸ਼ੇਖੜੀ ਬੁਰੀ ਤਰੀਕੇ ਨਾਲ ਹਾਰਦੇ ਨਜ਼ਰ ਆ ਰਹੇ ਨੇ। ਇਸ ਸੂਰਤ 'ਚ ਮੈਨੂੰ ਨਹੀਂ ਲੱਗਦਾ ਵੀ ਹਾਈ ਕਮਾਨ ਉਹਨਾਂ ਨੂੰ ਟਿਕਟ ਦੇਵੇਗੀ। ਜੇਕਰ ਉਹਨਾਂ ਨੂੰ ਟਿਕਟ ਨਹੀਂ ਮਿਲਦੀ, ਜਿਵੇਂ ਕਿ ਉਹ ਪਹਿਲਾਂ ਵੀ ਅਕਾਲੀ ਦਲ ਵੱਲ ਚੱਲੇ ਸੀਗੇ, ਕੀ ਹੋ ਸਕਦਾ ਵੀ ਜੇਕਰ ਉਹਨਾਂ ਟਿਕਟ ਦਾ ਨਾਮ ਉਹਨਾਂ ਨੂੰ ਅਨਾਉਂਸ ਨਹੀਂ ਹੁੰਦਾ, ਤ੍ਰਿਪਤ ਬਾਜਵਾ ਜੋ ਕਿ ਮਜ਼ਬੂਤ ਕੈਂਡੀਡੇਟ ਜਿਵੇਂ ਤੁਸੀਂ ਕਿਹਾ, ਉਹਨਾਂ ਨੂੰ ਟਿਕਟ ਮਿਲਦੀ ਹੈ, ਕਿਉਂਕਿ ਵੈਸੇ ਵੀ ਹੁਣ ਮਾਝਾ ਬ੍ਰਿਗੇਡ ਦੇ ਵਿੱਚ ਤੂਤੀ ਬੋਲ ਰਹੀ ਹੈ ਸਰਕਾਰ ਦੇ ਵਿੱਚ, ਇਹ ਤਕਰੀਬਨ ਕਲੀਅਰ ਹੈ ਵੀ ਜਿੱਥੋਂ ਤ੍ਰਿਪਤ ਬਾਜਵਾ ਚੋਣ ਲੜਨਾ ਚਾਹੁਣਗੇ ਉੱਥੋਂ ਉਹਨਾਂ ਨੂੰ ਸੀਟ ਮਿਲੇਗੀ, ਟਿਕਟ ਮਿਲੇਗੀ। ਜੇਕਰ ਟਿਕਟ ਇੱਕ ਕਿਆਸ ਰਹੀਆਂ ਜੋ ਹੈਗੇ ਨੇ, ਜੇ ਆਪਾਂ ਮੰਨ ਕੇ ਚੱਲੀਏ ਵੀ ਮੰਨ ਲਓ ਟਿਕਟ ਤ੍ਰਿਪਤ ਬਾਜਵਾ ਨੂੰ ਮਿਲਦੀ ਹੈ, ਦੂਸਰੇ ਪਾਸੇ ਅਸ਼ਵਨੀ ਸ਼ੇਖੜੀ ਦਾ ਪੱਤਾ ਸਾਫ਼ ਹੁੰਦਾ ਹੈ, ਕੀ ਅਸ਼ਵਨੀ ਸ਼ੇਖੜੀ ਜਿਵੇਂ ਕਿ ਪਹਿਲਾਂ ਅਕਾਲੀ ਦਲ ਵੱਲ ਚੱਲੇ ਸੀ, ਉਹ ਅਕਾਲੀ ਦਲ 'ਚ ਜਾਣਗੇ ਜਾਂ ਫਿਰ ਕਾਂਗਰਸ ਦੇ ਨਾਲ ਜੁੜੇ ਰਹਿਣਗੇ? ਕੀ ਹੋ ਸਕਦਾ, ਕਿਸ ਤਰ੍ਹਾਂ ਦੀ ਰਣਨੀਤੀ ਹੋ ਸਕਦੀ ਅੱਗੇ ਅਸ਼ਵਨੀ ਸ਼ੇਖੜੀ ਦੁਆਰਾ? ਦੇਖੋ, ਹੁਣ ਅਸ਼ਵਨੀ ਸ਼ੇਖੜੀ ਦਾ ਅਕਾਲੀ ਦਲ 'ਚ ਜਾਣਾ ਹੁਣ ਸੰਭਵ ਨਹੀਂ, ਕਿਉਂਕਿ ਅਸ਼ਵਨੀ ਸ਼ੇਖੜੀ ਦਾ ਸਕਾ ਭਰਾ
ਇੰਦਰ ਸੇਖੜੀ ਜਿਹੜੇ ਨੇ ਉਹ ਹੁਣ ਅਕਾਲੀ ਦਲ 'ਚ ਜੁਆਇਨ ਕਰ ਚੁੱਕੇ ਬੜੇ ਚਿਰ ਤੇ, ਉਸ ਤੋਂ ਪਹਿਲਾਂ ਦੇ। ਔਰ ਜੀ। ਦੋਵਾਂ ਭਰਾਵਾਂ ਦੇ ਵਿਚਕਾਰ ਇਸ ਵੇਲੇ 36 ਦਾ ਅੰਕੜਾ, ਕਿਉਂਕਿ ਅਸ਼ਵਨੀ ਸੇਖੜੀ ਨੇ ਜਦੋਂ ਕੈਪਟਨ ਸਰਕਾਰ ਬਣਦੀ ਹੈ ਉਸ ਵਕਤ ਕੁਝ ਜਾਇਦਾਦ ਦੇ ਮਸਲੇ ਨੂੰ ਲੈ ਕੇ ਜਿਸ ਤਰੀਕੇ ਨਾਲ ਇੰਦਰ ਸੇਖੜੀ ਨੂੰ ਇੰਟੈਰੋਗੇਟ ਕਰਵਾਇਆ ਜਾਂ SSP ਕੋਲ, ਜਾਂ ਜਿਸ ਤਰੀਕੇ ਦਾ ਇੱਕ ਦਬਾਅ ਉਹਦੇ ਤੇ ਪਵਾਇਆ ਜਾਂ ਜਿਸ ਤਰੀਕੇ ਨਾਲ ਉਹਨੂੰ ਤੰਗ ਕੀਤਾ, ਉਸ ਨੂੰ ਲੋਕ ਔਰ ਇੰਦਰ ਸੇਖੜੀ ਨਿੱਜੀ ਪੱਧਰ ਤੇ ਬਹੁਤ ਕੁਝ ਬਿਆਨ ਕਰਦੇ ਅਜਿਹੀਆਂ ਸਥਿਤੀਆਂ। ਪਰ ਅਜਿਹੀਆਂ ਸਥਿਤੀਆਂ ਦੇ ਵਿੱਚ ਉਦੋਂ ਹੀ ਉਹਨੇ ਇੰਦਰ ਸੇਖੜੀ ਵੱਲੋਂ ਅਕਾਲੀ ਦਲ ਦਾ ਦਾਮਨ ਫੜ ਲਿਆ ਗਿਆ ਤੇ ਅਕਾਲੀ ਦਲ ਦੇ ਉਹ ਇਸ ਵੇਲੇ ਕਾਫੀ ਨਜ਼ਦੀਕ ਦੇ ਨੇਤਾ ਮੰਨੇ ਜਾ ਰਹੇ ਨੇ ਆਪਣੇ ਬਿਕਰਮਜੀਤ ਸਿੰਘ ਮਜੀਠੀਆ ਔਰ ਦੂਜੇ ਬੰਨੇ। ਬੀਤੇ ਦਿਨ ਜਦੋਂ ਅਸ਼ਵਨੀ ਸੇਖੜੀ ਨੇ ਪਹਿਲਾਂ ਇੱਕ ਗੱਲ ਕਹੀ ਸੀ ਕਿ ਮੈਂ ਅਕਾਲੀ ਦਲ ਜੁਆਇਨ ਕਰ ਰਿਹਾ, ਤਾਂ ਉਸ ਵਕਤ ਵੀ ਇੰਦਰ ਸੇਖੜੀ ਨੇ ਇਹ ਗੱਲ ਜਾ ਕੇ ਪਾਰਟੀ ਪ੍ਰਧਾਨ ਨੂੰ ਕਿਹਾ ਸੀ ਕਿ ਮੇਰਾ ਭਰਾ ਸਿਰਫ ਔਰ ਸਿਰਫ ਤੁਹਾਨੂੰ ਵਰਤਣ ਦੀ ਕੋਸ਼ਿਸ਼ ਕਰ ਰਿਹਾ, ਔਰ ਉਹ ਤੁਹਾਨੂੰ ਵਰਤ ਕੇ ਉਹਨੇ ਦੂਜੇ ਪਾਸੇ ਆਪਣਾ ਕੰਮ ਕੱਢ ਲੈਣਾ, ਉਹਨੇ ਕਦੇ ਅਕਾਲੀ ਦਲ ਨੂੰ ਜੁਆਇਨ ਨਹੀਂ ਕਰਨਾ। ਸੋ ਸਿੱਧੀ ਗੱਲ ਹੈ ਕਿ ਅਸ਼ਵਨੀ ਸੇਖੜੀ ਕੋਲ ਹੁਣ ਅਕਾਲੀ ਦਲ ਵਿੱਚ ਜਾਣ ਦਾ ਕੋਈ ਰਸਤਾ ਜਿਹੜਾ ਉਹ ਨਹੀਂ ਰਹਿ ਜਾਂਦਾ, ਕਿਉਂਕਿ ਵੱਡੀ ਰੁਕਾਵਟ ਜਿਹੜੀ ਆ ਉੱਥੇ ਹੁਣ ਇੰਦਰ ਸੇਖੜੀ ਬੈਠੇ ਨੇ। ਤੇ ਇੰਦਰ ਸੇਖੜੀ ਇਸ ਵੇਲੇ ਬਟਾਲੇ ਤੋਂ ਅਕਾਲੀ ਦਲ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ। ਉਸ ਦਾ ਕਾਰਨ ਇਹ ਆ ਕਿ ਜਿਸ ਤਰੀਕੇ ਨਾਲ ਅਸ਼ਵਨੀ ਸੇਖੜੀ ਕਾਂਗਰਸ ਦਾ ਇੱਕ ਹਿੰਦੂ ਚਿਹਰਾ, ਉਸੇ ਤਰ੍ਹਾਂ ਹੀ ਜਿਹੜੇ ਆਪਣੇ ਇੰਦਰ ਸੇਖੜੀ ਆ ਇਹ ਵੀ ਇੱਕ ਹਿੰਦੂ ਚਿਹਰਾ ਉਸੇ ਪਰਿਵਾਰ ਦੇ ਵਿੱਚੋਂ। ਤੇ ਅੱਜ ਤੱਕ ਜਿੰਨੀਆਂ ਵੀ ਅਸ਼ਵਨੀ ਸੇਖੜੀ ਦੀ ਚੋਣ ਮੁਹਿੰਮ ਰਹੀ ਆ ਉਸ ਨੂੰ ਇੰਦਰ ਸੇਖੜੀ ਹੀ ਹੈਂਡਲ ਕਰਦਾ ਰਿਹਾ ਔਰ ਉਹਨੂੰ ਜਿੱਤ ਕੇ ਜਿੱਤਦਾ ਰਿਹਾ ਔਰ ਉਸ ਨੂੰ ਕਿਸੇ ਮੁਕਾਮ ਤੇ ਪਹੁੰਚਾਉਂਦੇ ਰਹੇ ਨੇ। ਸੋ ਇੰਦਰ ਸੇਖੜੀ ਦਾ ਜਿਹੜਾ ਇੱਕ ਇਹ ਪੋਲੀਟੀਕਲ ਰਾਜਨੀਤਿਕ ਜਿਹੜਾ ਕੈਰੀਅਰ ਆ ਜਾਂ ਆਧਾਰ ਆ, ਔਰ ਅੱਜ ਦੇ ਸਮੇਂ 'ਚ ਜਿਸ ਤਰੀਕੇ ਨਾਲ ਬਿਕਰਮਜੀਤ ਸਿੰਘ ਮਜੀਠੀਏ ਦਾ ਉਹਨਾਂ ਨੂੰ ਆਸ਼ੀਰਵਾਦ ਪ੍ਰਾਪਤ ਆ, ਤਾਂ ਪੂਰਨ ਤੌਰ ਤੇ ਜਿਹੜੀ ਟਿਕਟ ਦੇ ਦਾਅਵੇਦਾਰ ਉਹ ਸਾਹਮਣੇ ਆਉਂਦੇ ਨੇ ਤੇ ਅਸ਼ਵਨੀ ਸੇਖੜੀ ਦਾ ਅਕਾਲੀ ਦਲ ਵਿੱਚ ਜਾਣ ਦਾ ਰਸਤਾ ਪੂਰਨ ਤੌਰ ਤੇ ਉਹ ਡੱਕਦੇ ਆ। ਸੋ ਇਹ ਤਾਂ ਅਸ਼ਵਨੀ ਸੇਖੜੀ ਦੀ ਸਥਿਤੀ ਹੈ ਕਿ ਅਸ਼ਵਨੀ ਸੇਖੜੀ ਹੁਣ ਅਕਾਲੀ ਦਲ ਦੇ ਵਿੱਚ ਨਹੀਂ ਜਾ ਸਕਦੇ, ਕਿਉਂਕਿ ਮਜ਼ਬੂਤ ਦਾਅਵੇਦਾਰ ਉਹਨਾਂ ਦਾ ਉੱਥੇ ਭਰਾ ਇੰਦਰ ਸੇਖੜੀ ਹੀ ਹੈ। ਇੰਦਰ ਸੇਖੜੀ ਦੇ ਫੇਵਰ 'ਚ ਇੱਕ ਦੋ ਗੱਲਾਂ ਹੋਰ ਨੇ ਕਿ ਜਿਸ ਤਰੀਕੇ ਨਾਲ ਕੋਈ ਹਿੰਦੂ ਚਿਹਰਾ, ਦੂਸਰੇ ਪਾਸੇ ਜਿਹੜੇ ਇਸ ਵੇਲੇ ਸਿਟਿੰਗ MLA ਨੇ ਲਖਬੀਰ ਸਿੰਘ ਲੋਧੀ ਨੰਗਲ, ਉਹ ਆਪਣੇ ਪਛਤੈਨੀ ਜਿਹੜਾ ਹਲਕਾ ਫਤਿਹਗੜ੍ਹ ਚੂੜੀਆਂ ਉੱਥੇ ਜਾ ਕੇ ਉਹ ਚੋਣ ਲੜਨਾ ਚਾਹੁੰਦੇ ਆ, ਤਾਂ ਉਹਨਾਂ ਦਾ ਵੀ ਸਮਰਥਨ ਜਿਹੜਾ ਪ੍ਰਾਪਤ ਇੰਦਰ ਸੇਖੜੀ ਨਾਲ ਇੱਕ ਦੋ ਵਾਰੀ ਨਿੱਜੀ ਜਦੋਂ ਗੱਲਬਾਤ ਅਸੀਂ ਕੀਤੀ ਤਾਂ ਉਹਨਾਂ ਨੇ ਆਪਣੇ ਉਹ ਪੱਖਾਂ ਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਅਸ਼ਵਨੀ ਸੇਖੜੀ ਦੀ ਚੋਣ ਮੁਹਿੰਮ ਨੂੰ ਸੰਭਾਲਦੇ ਰਹੇ ਨੇ, ਕਿਸ ਤਰੀਕੇ ਨਾਲ ਅਸ਼ਵਨੀ ਸੇਖੜੀ ਨੇ ਦਬਾਅ ਪਾਇਆ ਤੇ ਕਿਸ ਤਰੀਕੇ ਨਾਲ ਅਸ਼ਵਨੀ ਸੇਖੜੀ ਨੇ ਅਕਾਲੀ ਦਲ ਨੂੰ ਵੀ ਵਰਤ ਲਿਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵਰਤ ਲਿਆ। ਮਹੀਨਾ ਡੇਢ ਮਹੀਨਾ ਉਹਨਾਂ ਦਾ ਇੱਕ ਵਧੀਆ ਹਨੀਮੂਨ ਰਿਹਾ ਕੈਪਟਨ ਅਮਰਿੰਦਰ ਸਿੰਘ ਹੋਣਾ ਨਾਲ, ਜਿਸ ਤਰੀਕੇ ਨਾਲ ਸਥਿਤੀਆਂ ਚੱਲਦੀ ਰਹੀਆਂ। ਸੋ ਕਹਿਣ ਦਾ ਅਰਥ ਹੈ ਕਿ ਅੱਜ ਦੀ ਤਰੀਕ 'ਚ ਜੇਕਰ ਅਸ਼ਵਨੀ ਸੇਖੜੀ ਇਹ ਚਾਹੁਣ ਕਿ ਮੈਂ ਅਕਾਲੀ ਦਲ 'ਚ ਜਾਵਾਂ, ਉਹ ਗੱਲ ਸੰਭਵ ਜਿਹੜੀ ਆ ਨਹੀਂ ਲੱਗਦੀ। ਹਾਂ, ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੀਆਂ ਚਰਚਾਵਾਂ ਉਹਨਾਂ ਦੀਆਂ ਚੱਲਦੀਆਂ ਰਹੀਆਂ ਨੇ, ਕਿਉਂਕਿ ਉਹ ਗੱਲ ਕਲੀਅਰ ਕਹਿ ਚੁੱਕੇ ਆ ਕਿ ਜੋ ਮਰਜ਼ੀ ਹੋ ਜਾਏ, ਜੇ ਕਾਂਗਰਸ ਟਿਕਟ ਦੇਵੇ ਨਾ ਦੇਵੇ, ਮੈਂ ਫਿਰ ਵੀ ਚੋਣ ਜਿਹੜੀ ਆ ਉਹ ਲੜਨੀ ਹੀ ਲੜਨੀ। ਇਹ ਅਸ਼ਵਨੀ ਸੇਖੜੀ ਦੇ ਦਾਅਵੇ ਜਾਂ ਵਾਅਦੇ ਨੇ ਕਰਦੇ ਰਹੇ ਨੇ। ਕਹਿਣ ਦਾ ਅਰਥ ਹੈ ਕਿ ਇਸ ਵੇਲੇ ਸਭ ਤੋਂ ਵੱਡਾ ਮਜ਼ਬੂਤ ਦਾਅਵੇਦਾਰ ਜਿਹੜਾ ਅਕਾਲੀ ਦਲ ਦਾ ਬਟਾਲੇ ਤੋਂ ਉਹ ਆਪਣੇ ਜਿਹੜਾ ਇੰਦਰ ਸੇਖੜੀ ਹੈ, ਜਿਹੜਾ ਅਸ਼ਵਨੀ ਸੇਖੜੀ ਦਾ ਸਕਾ ਭਰਾ, ਕਿਉਂਕਿ ਸਾਰੀਆਂ ਚੋਰ ਮੋਰੀਆਂ ਉਹ ਚਾਹੁੰਦਾ ਜਿਹੜੀਆਂ ਪਤਾ ਹੈ ਕਿ ਕਾਂਗਰਸ ਦਾ ਕਿਹੜਾ ਵੋਟ ਬੈਂਕ ਆ ਉਹ ਵੀ ਇੰਡਸਟਰੀਅਲਿਸਟ ਆ, ਔਰ ਜਿਸ ਤਰੀਕੇ ਨਾਲ ਦੋਵਾਂ ਭਰਾਵਾਂ ਦੇ ਵਿਚਕਾਰ ਆਪਸੀ ਇਸ ਵੇਲੇ ਜੰਗ ਜਿਹੜੀ ਸਿਖਰ ਤੇ ਆ, ਤਾਂ ਉਹ ਕੋਈ ਇਹ ਵੀ ਤੁਹਾਨੂੰ ਮੈਂ ਦੱਸਾਂ ਕਿ ਸਮਝਿਆ ਜਾਂਦਾ ਕਿ ਇੰਦਰ ਸੇਖੜੀ ਦੇ ਰਸਤੇ ਦੇ ਵਿੱਚ ਵੀ ਅਕਾਲੀ ਦਲ 'ਚ ਕਿਸੇ ਮੁਕਾਮ ਤੇ ਨਾ ਪਹੁੰਚੀ, ਅਸ਼ਵਨੀ ਸੇਖੜੀ ਵੱਲੋਂ ਬੜੇ ਰੋੜੇ ਅਟਕਾਏ ਗਏ। ਇਹ ਬਕਾਇਦਾ ਤੌਰ ਤੇ ਕਈ ਵਾਰ ਇੰਦਰ ਸੇਖੜੀ ਨੇ ਇਹ ਗੱਲਬਾਤ ਕੀਤੀ ਕਿ ਭਰਾ ਤਾਂ ਚਲੋ ਜਿਸ ਤਰੀਕੇ ਨਾਲ ਹੁਣ ਭਰਾਵਾਂ ਵਾਲੀ ਗੱਲ ਤਾਂ ਚਲੋ ਨਹੀਂ ਰਹੀ, ਹਾਂ ਰਿਸ਼ਤੇ ਤੇ ਚਲੋ ਉਹੀ ਲੜੇ ਨੇ, ਪਰ ਹੁਣ ਇੱਕ ਦੂਜੇ ਦੇ ਉਹ ਸਿਆਸੀ ਵਿਰੋਧੀ ਇੰਨੇ ਜ਼ਬਰਦਸਤ ਬਣ ਚੁੱਕੇ ਨੇ ਕਿ ਜੇਕਰ ਇੰਦਰ ਸੇਖੜੀ ਦੀ ਜਿੱਥੋਂ ਤੱਕ ਪਹੁੰਚ ਹੋਊਗੀ ਉਹ ਕਦੇ ਵੀ ਅਸ਼ਵਨੀ ਸੇਖੜੀ ਨੂੰ ਅਕਾਲੀ ਦਲ ਵਿੱਚ ਜਾਣ ਨਹੀਂ ਦੇਵੇਗਾ, ਕਿਉਂਕਿ ਅਕਾਲੀ ਦਲ ਦਾ ਇਸ ਵੇਲੇ ਮਜ਼ਬੂਤ ਦਾਅਵੇਦਾਰ ਕੇਵਲ ਔਰ ਕੇਵਲ ਇੰਦਰ ਸੇਖੜੀ ਹੀ ਹੈ ਇਸ ਵਿਧਾਨ ਸਭਾ ਹਲਕੇ ਤੋਂ। ਜਿਸ ਤਰੀਕੇ ਨਾਲ ਜੇਕਰ ਹਿੰਦੂ ਆਧਾਰ ਤੇ ਗੱਲ ਕਰੀਏ, ਜਿਸ ਤਰੀਕੇ ਨਾਲ ਅਕਾਲੀ ਦਲ ਵੀ ਹਿੰਦੂ ਕਾਰਡ ਖੇਡ ਕੇ ਯਤਨ ਕਰ ਰਿਹਾ ਹਿੰਦੂਆਂ ਦੀ ਨੁਮਾਇੰਦਗੀ ਦੇ ਰਿਹਾ, ਤਾਂ ਉਹ ਇਸ ਵੇਲੇ ਜਿਹੜੇ ਨੇ ਬਾਜੀ ਜਿਹੜੀ ਆ ਉਹ ਇੰਦਰ ਸੇਖੜੀ ਤੇ ਲਾਉਣ ਨੂੰ ਤਿਆਰ ਆ। ਜੀ ਮਾਨ ਸਾਹਿਬ। ਅਣਖੀ ਸਾਹਿਬ, ਮੰਨ ਲਓ 1% ਆਪਾਂ ਮੰਨ ਕੇ ਚੱਲਦੇ ਹਾਂ, ਕਿਉਂਕਿ ਜਿਵੇਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਨੇ ਰਾਜਨੀਤੀ ਦੇ ਵਿੱਚ, ਜੇਕਰ ਅਸ਼ਵਨੀ ਸੇਖੜੀ ਜੁਆਇਨ ਕਰਦੇ ਨੇਗੇ ਅਕਾਲੀ ਦਲ ਨੂੰ, ਤੁਹਾਨੂੰ ਕੀ ਲੱਗਦਾ ਫਿਰ ਟਿਕਟ ਦੇ ਦਾਅਵੇਦਾਰ ਕੌਣ ਹੋਗਾ? ਕਿਉਂ ਦੋਹਾਂ ਭਰਾਵਾਂ ਵਿੱਚੋਂ ਆਧਾਰ ਕਿਹਦਾ ਵਧੀਆ ਲੋਕਾਂ ਦੇ ਵਿੱਚ, ਪਕੜ ਲੋਕਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਕਿਹਦੀ ਜ਼ਿਆਦਾ ਪਕੜ ਹੈ? ਸੋ ਕਿਹੜਾ ਪੱਤਾ ਖੇਡ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਜੇਕਰ ਅਸ਼ਵਨੀ ਸੇਖੜੀ ਜੁਆਇਨ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ, ਤਾਂ ਕਿਸ ਤਰ੍ਹਾਂ ਦੇ ਮਾਹੌਲ ਹੋ ਸਕਦਾ ਗਾ? ਦੇਖੋ, ਉਹ ਤਾਂ ਮਾਹੌਲ ਫਿਰ ਪੂਰਨ ਤੌਰ ਤੇ ਇਹ ਮਾਹੌਲ ਇਹੋ ਹੀ ਜਾਂਦਾ, ਕਿਉਂਕਿ ਅਸ਼ਵਨੀ ਸੇਖੜੀ ਦਾ ਚਿਹਰਾ ਜੇਕਰ ਮੰਨ ਲਓ ਕਿ ਸੰਭਾਵਨਾਵਾਂ ਹਮੇਸ਼ਾ ਬਣੀਆਂ ਰਹਿੰਦੀਆਂ, ਮੰਨ ਲਓ ਕਿ ਅਕਾਲੀ ਦਲ 'ਚ ਅਸ਼ਵਨੀ ਸੇਖੜੀ ਆ ਜਾਂਦਾ,
ਪਰ ਅਕਾਲੀ ਦਲ ਦੇ ਜੋਕਰ ਅਸ਼ਵਨੀ ਸੇਖੜੀ ਦੀ ਭੂਮਿਕਾ ਪਿਛਲੇ ਦੌਰ 'ਚ ਵੇਖਦੀ ਜਾਂ ਪੰਜਾਬ ਬਟਾਲੇ ਦੇ ਲੋਕ ਅਸ਼ਵਨੀ ਸੇਖੜੀ ਨੂੰ ਜਿੰਨਾ ਕੁ ਕਰੀਬ ਤੌਰ ਤੇ ਜਾਣਦੇ ਆ, ਮੇਰਾ ਨਹੀਂ ਖਿਆਲ ਕਿ ਅਕਾਲੀ ਦਲ ਬਿਨਾਂ ਗੱਲ ਤੋਂ ਇੱਕ ਲੜਾਈ ਲੜਨ ਤੋਂ ਪਹਿਲਾਂ ਹੀ ਹਾਰ ਕੇ ਅਸ਼ਵਨੀ ਸੇਖੜੀ ਨੂੰ ਟਿਕਟ ਦੇ ਦੇ। ਜੇ ਉਹ ਟਿਕਟ ਦਿੰਦੇ ਨੇ ਤਾਂ ਇਹ ਲੜਾਈ ਉਹ ਲੜਾਈ ਹੋਊਗੀ ਜਿਹੜੀ ਲੜਨ ਤੋਂ ਪਹਿਲਾਂ ਹੀ ਅਕਾਲੀ ਦਲ ਹਾਰ ਜੂਗਾ। ਤਾਂ ਅਕਾਲੀ ਦਲ ਕਦੇ ਵੀ ਇਹੋ ਜਿਹੀ ਮੂਰਖਤਾਈ ਨਹੀਂ ਕਰੇਗਾ, ਕਿਉਂਕਿ ਜ਼ਮੀਨੀ ਪੱਧਰ ਤੇ ਅੱਜ ਦੀ ਤਰੀਕ ਤੇ ਜਿਸ ਤਰੀਕੇ ਨਾਲ ਇੰਦਰ ਸੇਖੜੀ ਚੱਲਦਾ ਪਿਆ ਜਾਂ ਬਾਕੀ ਲੀਡਰ ਜਿਹੜੇ ਅਕਾਲੀ ਪਾਰਟੀ ਦੇ ਸੰਬੰਧਤ ਨੇ ਬੀਤੇ ਲੰਮੇ ਸਮੇਂ ਤੋਂ ਜਿਹੜੇ ਚੱਲਦੇ ਪਏ ਨੇ, ਅਕਾਲੀ ਦਲ ਨੇ ਉਹਨਾਂ ਨੂੰ ਵੀ ਨਾਰਾਜ਼ ਹੈ ਕਿ ਇਸ ਸੂਰਤ 'ਚ ਨਹੀਂ ਕਰਨਾ। ਜੇਕਰ ਹੁੰਦਾ ਕਰ ਲਵੇ ਜਾਏ, ਮੰਨ ਲਓ ਕਿ 100 10% ਜਾਂ 1% ਮੰਨ ਲੈਂਦੇ ਆ ਕਿ ਸ਼੍ਰੋਮਣੀ ਅਕਾਲੀ ਦਲ 'ਚ ਅਸ਼ਵਨੀ ਸੇਖੜੀ ਜੁਆਇਨ ਕਰ ਲਾਂਗੇ, ਪਰ ਟਿਕਟ ਜਿਹੜੀ ਆ ਉਹ ਫਿਰ ਵੀ ਅਸ਼ਵਨੀ ਸੇਖੜੀ ਦੇ ਨਸੀਬ 'ਚ ਨਹੀਂ ਹੋਏਗੀ, ਕਿਉਂਕਿ ਜਿਸ ਤਰੀਕੇ ਨਾਲ ਧੋਖਾ ਜਿਸ ਤਰੀਕੇ ਨਾਲ ਉਹਨਾਂ ਨੂੰ ਦਿੱਤਾ ਸੁਖਬੀਰ ਬਾਦਲ ਜਾਂ ਬਿਕਰਮਜੀਤ ਸਿੰਘ ਮਜੀਠੀਆ ਨੂੰ, ਜਿਸ ਤਰੀਕੇ ਨਾਲ ਝਟਕਾ ਠੀਕ 28 ਤਰੀਕ ਨੂੰ ਦਿੱਤਾ ਸੀ, ਉਹ ਝਟਕਾ ਅਕਾਲੀ ਦਲ ਭੁੱਲਿਆ ਨਹੀਂ। ਜਾਂ ਹੀ ਕੈਪਟਨ ਅਮਰਿੰਦਰ ਸਿੰਘ ਭੁੱਲੇ, ਕੈਪਟਨ ਅਮਰਿੰਦਰ ਸਿੰਘ ਨੇ ਵੀ ਅਸ਼ਵਨੀ ਸੇਖੜੀ ਨੂੰ ਜਿਸ ਤਰੀਕੇ ਨਾਲ ਗੱਲ ਆ ਕੇ ਥੱਲਿਓਂ ਖਤਮ ਕਰਤਾ, ਉਸੇ ਤਰ੍ਹਾਂ ਜੇਕਰ ਅਕਾਲੀ ਦਲ 'ਚ ਜਾਏਗਾ ਤਾਂ ਇਹ ਮਤਲਬ ਉਹਨਾਂ ਦੇ ਰਾਜਨੀਤਿਕ ਜੀਵਨ ਦਾ ਅੰਤ ਹੋ ਸਕਦਾ। ਅਸ਼ਵਨੀ ਸੇਖੜੀ ਹੁਣ ਰਹਿਣਗੇ ਕਾਂਗਰਸ ਦੇ ਵਿੱਚ ਹੀ, ਟਿਕਟ ਮਿਲਦੀ ਹੈ ਜਾਂ ਨਹੀਂ ਮਿਲਦੀ, ਹਾਂ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਜਿਹੜੇ ਆ ਉਹ ਖੁੱਲੇ ਹੋ ਸਕਦੇ ਆ। ਜੀ ਮਾਨ ਸਾਹਿਬ। ਸੋਨਕੀ ਸਰ, ਕਹਿਣ ਦਾ ਮਤਲਬ ਵੀ ਮਾਝੇ ਦੀ ਇਹ ਸੀਟ ਬਟਾਲਾ ਸੀਟ ਹੌਟ ਸੀਟ ਰਹੇਗੀ 2022 ਦੇ ਵਿੱਚ, ਕਿਉਂਕਿ ਜੇਕਰ ਤ੍ਰਿਪਤ ਰਜਿੰਦਰ ਬਾਜਵਾ ਜੀ ਸੀਟ ਦੇ ਉੱਪਰ ਚੋਣ ਲੜਦੇ ਨੇ, ਜਿਵੇਂ ਕਿ ਉਹ ਮਨਸ਼ਾ ਜ਼ਾਹਰ ਕਰ ਚੁੱਕੇ ਨੇ ਬਟਾਲੇ ਸੀਟ ਲਾਣੀਆਂ, ਤਾਂ ਪ੍ਰਤਾਪ ਸਿੰਘ ਬਾਜਵਾ ਤੇ ਅਸ਼ਵਨੀ ਸੇਖੜੀ ਦੋਹੇ ਉਹਨਾਂ ਦੀ ਜੜਾ ਵੱਢਣ ਦੀ ਕੋਸ਼ਿਸ਼ ਕਰਨਗੇ ਜ਼ਮੀਨੀ ਪੱਧਰ ਤੇ ਦੂਸਰੇ ਪਾਸੇ ਜੇਕਰ ਆਪਾਂ ਗੱਲ ਕਰੀਏ ਹੁਣ ਇੰਦਰ ਸੇਖੜੀ ਜੀ ਦੀ, ਜੇਕਰ ਉਹ ਸੀਟ ਲੜਦੇ ਨੇ ਤਾਂ ਉਹਨਾਂ ਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਕੀ ਤੁਹਾਨੂੰ ਲੱਗਦਾ ਕੋਈ ਤੀਸਰਾ ਬਦਲ, ਜਿਵੇਂ ਕਿ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਇਹ ਚੀਜ਼ਾਂ ਦਾ ਫਾਇਦਾ ਲੈ ਸਕਦਾ ਵੀ, ਕਿਉਂਕਿ ਪ੍ਰਤਾਪ ਬਾਜਵਾ ਦੀ ਗੱਲ ਕਰੀਏ ਜਾਂ ਸੇਖੜੀ ਦੀ ਗੱਲ ਕਰੀਏ, ਉਹ ਕਾਂਗਰਸ ਦਾ ਢਾਹ ਲਾਉਣ ਦੀ ਕੋਸ਼ਿਸ਼ ਕਰਨਗੇ ਤ੍ਰਿਪਤ ਰਜਿੰਦਰ ਬਾਜਵਾ ਨੂੰ। ਇਸੇ ਤਰ੍ਹਾਂ ਅਸ਼ਵਨੀ ਸੇਖੜੀ ਜੀ ਜੇਕਰ ਸ਼੍ਰੋਮਣੀ ਅਕਾਲੀ ਦਲ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਮਜ਼ਬੂਤ ਕੈਂਡੀਡੇਟ ਨੇਗੇ, ਇੰਦਰ ਸੇਖੜੀ ਜੀ ਆਉਂਦੇ ਨੇ, ਉਹਨਾਂ ਨੂੰ ਵੀ ਢਾਹ ਲਾਉਣ ਦੀ ਜ਼ਮੀਨੀ ਪੱਧਰ ਤੇ ਕੋਸ਼ਿਸ਼ ਕਰਨਗੇ, ਤੀਸਰੀ ਤਰ੍ਹਾਂ ਫਾਇਦਾ ਲੈ ਸਕਦੇ ਕੋਈ ਇਹਨਾਂ ਲੜਾਈਆਂ ਦਾ ਜਾਂ ਨਹੀਂ? ਬਿਲਕੁਲ ਜੀ, ਬੜਾ ਵਧੀਆ ਸਵਾਲ ਤੁਸੀਂ ਕੀਤਾ ਕਿ ਇਸ ਤਰੀਕੇ ਨਾਲ ਕੋਈ ਸ਼ੱਕ ਨਹੀਂ ਕਿ ਜੇ ਤ੍ਰਿਪਤ ਰਜਿੰਦਰ ਬਾਜਵਾ ਬਟਾਲੇ 'ਚ ਆਉਂਦੇ ਨੇ ਤਾਂ ਕੁਦਰਤੀ ਤੌਰ ਤੇ ਅਸ਼ਵਨੀ ਸੇਖੜੀ ਜਾਂ ਪ੍ਰਤਾਪ ਸਿੰਘ ਬਾਜਵੇ ਹੁਣੀ ਜੜਾ ਵੱਢਣਗੇ। ਪਰ ਇੱਕ ਗੱਲ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਪ੍ਰਤਾਪ ਬਾਜਵੇ ਦਾ ਬਟਾਲਾ ਵਿਧਾਨ ਸਭਾ ਹਲਕੇ 'ਚ ਇੰਨਾ ਪ੍ਰਭਾਵ ਹੈ ਨਹੀਂ ਕਿ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਨੂੰ ਕੋਈ ਨੁਕਸਾਨ ਪਹੁੰਚਾ ਸਕੇ। ਦੂਜੇ ਪਾਸੇ ਅਸ਼ਵਨੀ ਸੇਖੜੀ ਕਿਸੇ ਸਮੇਂ ਇੱਕ ਧੜੱਲੇਦਾਰ ਕਾਂਗਰਸ ਦੇ ਲੀਡਰ ਸੀ, MLA ਵਿਧਾਇਕ ਸੀ, ਪਰ ਪਿਛਲੇ 4.5 ਸਾਲਾਂ ਤੋਂ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਖਤਮ ਕੀਤਾ, ਉਹਨਾਂ ਦੇ ਧੜੇ ਨੂੰ ਖਤਮ ਕੀਤਾ, ਤਾਂ ਇਸ ਵੇਲੇ ਅਸ਼ਵਨੀ ਸੇਖੜੀ ਦੀ ਉਹ ਸਥਿਤੀ ਨਹੀਂ ਹੈਗੀ ਕਿ ਉਹ ਕਿਸੇ ਦੀਆਂ ਜੜ੍ਹਾਂ ਵੱਢ ਸਕਦਾ। ਹਾਂ, ਘੱਟੋ ਘੱਟ ਨਿੱਜੀ ਤੌਰ ਤੇ ਆਪਣੇ ਪੱਧਰ ਤੇ ਕੁਝ ਨਾ ਕੁਝ ਆਧਾਰ ਜਿਹੜਾ ਹੁੰਦਾ ਨੁਕਸਾਨ ਉਹ ਨੁਕਸਾਨ ਕਰਨਗੇ, ਪਰ ਨੁਕਸਾਨ ਕਰਨ ਦੀ ਸਮਰੱਥਾ ਜਿਹੜੀ ਆ ਉਹ ਉਨੀ ਨਹੀਂ ਹੈਗੀ ਕਿ ਤ੍ਰਿਪਤ ਰਜਿੰਦਰ ਬਾਜਵਾ ਵਾਸਤੇ ਬੜਾ ਵੱਡਾ ਚੈਲੰਜ ਹੋਵੇ। ਤਾਂ ਦੂਸਰੇ ਪਾਸੇ ਜੇਕਰ ਇੰਦਰ ਸੇਖੜੀ ਦੀ ਅਸੀਂ ਗੱਲ ਕਰਦੇ ਤਾਂ ਇੰਦਰ ਸੇਖੜੀ ਬਿਲਕੁਲ ਇੰਦਰ ਸੇਖੜੀ ਦੀ ਵੀ ਮੁਖਾਲਫਤ ਜਿਹੜੀ ਹੋਊਗੀ, ਕਿਉਂਕਿ ਬੀਤੇ ਲੰਮੇ ਸਮੇਂ ਤੋਂ ਇੱਥੋਂ ਬੜੇ ਜਿਹੜੇ ਲੀਡਰ ਨੇ ਅਕਾਲੀ ਦਲ ਦੇ ਜਿਨ੍ਹਾਂ ਦੇ ਵਿੱਚ ਵਾਲਾ ਆਇਆ, ਸੁਖਬੀਰ ਸਿੰਘ ਵਾਲਾ ਆਇਆ, ਉਹ ਵੀ ਟਿਕਟ ਦਾ ਦਾਅਵੇਦਾਰ ਆ। ਦੂਜੇ ਪਾਸੇ ਇਹ ਵੀ ਪਤਾ ਲੱਗਾ ਸੀ ਕਿ ਜਦੋਂ ਬੀਤੇ ਦਿਨ ਅਨਲ ਜੋਸ਼ੀ ਅਕਾਲੀ ਦਲ 'ਚ ਜੁਆਇਨ ਕੀਤੀ, ਉਹਨਾਂ ਦੇ ਨਾਲ 1-2 ਲੀਡਰ ਜਿਹੜੇ ਉਹਨਾਂ ਦੇ ਖਾਸਮ ਖਾਸ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਨਰੇਸ਼ ਮਹਾਜਨ ਹੋਣੀ ਆ, ਉਹ ਵੀ ਬਤੌਰ ਹਿੰਦੂ ਚਿਹਰਾ, ਉਹ BJP ਦੇ ਲੀਡਰ ਨੇ, ਬਤੌਰ ਹਿੰਦੂ ਚਿਹਰਾ ਭਾਜਪਾ ਦੇ ਨੇਤਾ ਨੇ। ਪਰ ਦੂਜੇ ਪਾਸੇ ਨਰੇਸ਼ ਮਹਾਜਨ ਜਿਹੜੇ ਨੇ ਉਹ ਅਨਲ ਜੋਸ਼ੀ ਦੇ ਰਾਹੀਂ ਅਕਾਲੀ ਦਲ ਜੁਆਇਨ ਕਰ ਸਕਦੇ ਤੇ ਉਹਨੂੰ ਟਿਕਟ ਦੇ ਦਾਅਵੇਦਾਰ ਨੇ। ਇੱਦਾਂ ਦੀਆਂ ਕਨਸੋਆਂ ਵੀ ਜਿਹੜੀਆਂ ਉਹ ਸੁਣਨ ਨੂੰ ਮਿਲਦੀਆਂ ਰਹੀਆਂ, ਉਹ ਮਿਲਦੀਆਂ ਨੇ। ਕੁਦਰਤੀ ਤੌਰ ਤੇ ਜੇਕਰ ਇੰਦਰ ਸੇਖੜੀ ਨੂੰ ਟਿਕਟ ਮਿਲਦੀ ਆ ਤਾਂ ਅਕਾਲੀ ਪੱਧਰ ਤੇ ਜਿਹੜਾ ਵਿਰੋਧ ਆ ਉਹ ਕੁਝ ਨਾ ਕੁਝ ਨੇਤਾ ਤਾਂ ਕਰਨਗੇ, ਪਰ ਜਿਸ ਤਰੀਕੇ ਨਾਲ ਇੱਕ ਅਨੁਸ਼ਾਸਨ ਜਿਹੜਾ, ਮੈਂ ਤੁਹਾਨੂੰ ਇੰਨੀ ਗੱਲ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ 'ਚ ਕਾਂਗਰਸ ਵਰਗੀ ਅਜੇ ਜਿਹੜੀ ਅੰਦਰੂਨੀ ਜੰਗ ਨਹੀਂ ਹੈਗੀ, ਉੱਥੇ ਅਜੇ ਵੀ ਸੁਖਬੀਰ ਸਿੰਘ ਬਾਦਲ ਜਾਂ ਬਿਕਰਮਜੀਤ ਸਿੰਘ ਮਜੀਠੀਆ ਦਾ ਇੱਕ ਦਬਕਾ ਜਿਹੜਾ ਚੱਲਦਾ, ਜਿਹੜੇ ਸਾਰੇ ਲੀਡਰਾਂ ਨੂੰ ਇਕੱਠਾ ਕਰਨ ਦੇ ਸਮਰੱਥ ਹੈਗੇ ਆ, ਕਿਉਂਕਿ ਕਾਂਗਰਸ ਪਾਰਟੀ ਵਾਲੀ ਹਾਲਤ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ 'ਚ ਨਹੀਂ ਹੈਗੀ। ਖੇਤਰੀ ਪਾਰਟੀ, ਉੱਥੇ ਇੱਕ ਮਜ਼ਬੂਤ ਪਰਿਵਾਰ ਦਾ ਕਬਜ਼ਾ, ਉੱਥੇ ਜੋ ਸੁਖਬੀਰ ਨੇ ਕਹਿ ਦਿੱਤਾ, ਜੋ ਬਿਕਰਮਜੀਤ ਸਿੰਘ ਮਜੀਠੀਆ ਨੇ ਕਹਿ ਦਿੱਤਾ, ਉਹੀ ਅੰਤਮ ਸੱਚ ਹੋਣਾ, ਉਹ ਸਾਰੇ ਫਿਰ ਤੁਰ ਪੈਂਦੇ ਦੇ ਨਾਲ। ਤਾਂ ਉੱਥੇ ਇਹੋ ਹੀ ਸੁਖਬੀਰ ਬਾਦਲ ਜਾਂ ਬਿਕਰਮਜੀਤ ਸਿੰਘ ਮਜੀਠੀਆ ਜਿਸ ਤਰੀਕੇ ਨਾਲ ਅੱਜ ਕੱਲ੍ਹ ਇਹਦੇ ਇੰਦਰ ਸੇਖੜੀ ਦੇ ਉੱਤੇ ਮਿਹਰਬਾਨ ਨੇ, ਤਾਂ ਜੇਕਰ ਉਹ ਪੂਰਨ ਤੌਰ ਤੇ ਹੱਥ ਰੱਖਦੇ ਨੇ, ਟਿਕਟ ਦਿੰਦੇ ਨੇ, ਤਾਂ ਫਿਰ ਮੇਰਾ ਨਹੀਂ ਖਿਆਲ ਕਿ ਵਿਰੋਧੀ ਸੁਰਾਂ ਆਪਣੇ ਇੰਦਰ ਸੇਖੜੀ ਦੇ ਖਿਲਾਫ ਜ਼ਿਆਦਾ ਉੱਠਣ। ਅਤੇ ਦੂਜੇ ਪਾਸੇ ਜੇਕਰ ਆਪਾਂ ਸਿਟਿੰਗ MLA ਦੀਆਂ ਜੇਕਰ ਲਖਬੀਰ ਸਿੰਘ ਲੋਧੀ ਨੰਗਲ ਹੋਣਾ ਦੀ ਗੱਲ ਕਰਦੇ ਹਾਂ, ਤਾਂ ਲਖਬੀਰ ਸਿੰਘ ਲੋਧੀ ਨੰਗਲ ਹੋਣੀ ਅੱਜ ਇਸ ਵੇਲੇ ਬਟਾਲਾ ਤੋਂ ਵਿਧਾਇਕ ਨੇ ਅਕਾਲੀ ਦਲ ਦੇ, ਪਰ ਉਹ ਪੂਰਨ ਤੌਰ ਤੇ ਆਪਣੇ ਹਲਕੇ ਫਤਿਹਗੜ੍ਹ ਚੂੜੀਆਂ 'ਚ ਜਾਣਾ ਚਾਹੁੰਦੇ ਆ। ਤਾਂ ਫਤਿਹਗੜ੍ਹ ਚੂੜੀਆਂ ਦੇ ਵਿੱਚ ਉਹਨਾਂ ਦੇ ਜਿਹੜੇ ਕੱਟੜ ਵਿਰੋਧੀ ਜਾਂ ਕਿਸੇ ਵਕਤ ਰਹੇ ਨੇ ਨਿਰਮਲ ਸਿੰਘ ਕਾਹਲੋਂ ਔਰ ਰਵੀਕਰਨ ਕਾਹਲੋਂ, ਉਹ ਵੀ ਉਸ ਇਲਾਕੇ 'ਚੋਂ ਟਿਕਟ ਦੇ ਦਾਅਵੇਦਾਰ ਨੇ।
ਪਰ ਦੂਜੇ ਪਾਸੇ ਡੇਰਾ ਬਾਬਾ ਨਾਨਕ ਹਲਕਾ ਜਿਹੜਾ ਉਹ ਖਾਲੀ ਹੈਗਾ, ਉੱਥੇ ਵੀ ਇਸ ਤਰੀਕੇ ਨਾਲ ਹੋ ਰਿਹਾ ਹੈ। ਮਤਲਬ ਇਹ ਕਿਆਸ ਰਾਈਆਂ ਨੇ ਅਕਾਲੀ ਦਲ ਦੀ ਰਣਨੀਤੀ ਆ ਕਿ ਡੇਰਾ ਬਾਬਾ ਨਾਨਕ ਹਲਕੇ ਤੋਂ ਨਿਰਮਲ ਸਿੰਘ ਕਾਹਲੋਂ ਜਾਂ ਉਹਨਾਂ ਦੇ ਬੇਟੇ ਨੂੰ ਉੱਥੇ ਭੇਜ ਦਿੱਤਾ ਜਾਵੇ, ਤਾਂ ਲੋਧੀ ਨੰਗਲ ਹੋਣਾ ਨੂੰ, ਕਿਉਂਕਿ ਉਹ ਸਿਟਿੰਗ MLA, ਉਹਨਾਂ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ, ਤਾਂ ਉਹਨਾਂ ਨੂੰ ਫਤਿਹਗੜ੍ਹ ਚੂੜੀਆਂ ਤੋਂ ਟਿਕਟ ਜਿਹੜੀ ਮਿਲ ਸਕਦੀ ਹੈ। ਔਰ ਬਕਾਇਦਾ ਤੌਰ ਤੇ ਲੋਧੀ ਨੰਗਲ ਹੋਣਾ ਨੇ ਕਈ ਵਾਰੀ ਇਹ ਆਪਣੇ ਵਰਕਰਾਂ ਨੂੰ ਗੱਲ ਕਹਿ ਚੁੱਕੇ ਨੇ ਕਿ ਜਿਹੜੀ ਮੈਂ ਚੋਣ ਆ ਉਹ ਮੈਂ ਆਪਣੇ ਹਲਕੇ ਤੋਂ ਹੀ, ਫਤਿਹਗੜ੍ਹ ਚੂੜੀਆਂ ਤੋਂ ਹੀ ਲੜਦੀ ਹਾਂ। ਸੋ ਕਹਿਣ ਦਾ ਅਰਥ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਬਟਾਲਾ ਵਿਧਾਨ ਸਭਾ ਹਲਕਾ ਪੂਰਨ ਤੌਰ ਤੇ ਹੌਟ ਸੀਟ ਬਣਿਆ। ਹੌਟ ਸੀਟ ਤਾਂ ਬਣਿਆ ਕਿਉਂਕਿ ਇੱਕ ਪਾਸੇ ਤਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਔਰ ਦੂਜੇ ਪਾਸੇ ਅਸ਼ਵਨੀ ਸੇਖੜੀ, ਪ੍ਰਤਾਪ ਸਿੰਘ ਬਾਜਵਾ, ਇੰਦਰ ਸੇਖੜੀ, ਮਤਲਬ ਇਹੋ ਜਿਹੀਆਂ ਚੀਜ਼ਾਂ ਨੇ। ਕਿਉਂਕਿ ਅਜੇ ਤੱਕ ਨਾ ਤਾਂ ਅਕਾਲੀ ਦਲ ਬਟਾਲਾ ਵਿਧਾਨ ਸਭਾ ਹਲਕੇ ਵਾਸਤੇ ਆਪਣੇ ਕਿਸੇ ਉਮੀਦਵਾਰ ਦਾ ਐਲਾਨ ਕਰ ਸਕਿਆ, ਜਦੋਂ ਕਿ ਸੁਖਬੀਰ ਉਹਨਾਂ ਨੇ ਹੁਣ ਤੱਕ 70 ਦੇ ਕਰੀਬ ਜਿਹੜੇ ਆਪਣੇ ਉਮੀਦਵਾਰ ਜਿਹੜੇ ਐਲਾਨੇ ਜਾ ਚੁੱਕੇ ਔਰ ਬਟਾਲਾ ਦੀ ਐਲਾਨਿਆ। ਇਹੋ ਹੀ ਸਥਿਤੀ ਇਹ ਕਾਂਗਰਸ ਪਾਰਟੀ ਦੀ ਹੈ, ਤੇ ਕਾਂਗਰਸ ਪਾਰਟੀ ਵੀ ਅਜੇ ਤੱਕ ਆਪਣੇ ਕਿਸੇ ਚਿਹਰੇ ਨੂੰ ਪੇਸ਼ ਨਹੀਂ ਕਰ ਸਕੀ। ਬੇਸ਼ੱਕ ਦਾਅਵੇ ਸਾਰੇ ਕਰਦੇ ਪਏ ਆ, ਪਰ ਜਿਹੜੀਆਂ ਸਥਿਤੀਆਂ ਨੇ, ਜਿਹੜੀ ਟੱਕਰ ਆ, ਉਹ ਤਰਜਿੰਦਰ ਸਿੰਘ ਬਾਜਵਾ ਬਟਾਲਾ ਹਲਕੇ ਤੋਂ ਇੱਕ ਮਜ਼ਬੂਤ ਦਾਅਵੇਦਾਰ ਹੋਣਗੇ ਕਾਂਗਰਸ ਪਾਰਟੀ ਦੇ, ਔਰ ਇੰਦਰ ਸੇਖੜੀ ਜਿਹੜੇ ਦਾਅਵੇਦਾਰ ਹੋਣਗੇ ਅਕਾਲੀ ਦਲ ਦੇ। ਟੱਕਰ ਜੇਕਰ ਇਹਨਾਂ ਦੋਵਾਂ ਦੇ ਵਿਚਕਾਰ ਹੁੰਦੀ ਹੈ ਤਾਂ ਫਿਰ ਵੇਖਣਾ ਹੋਵੇਗਾ ਕਿ ਊਠ ਕਿਹੜੀ ਕਰਪਟ ਬੈਠਦਾ ਜਾਂ ਲੋਕ ਕਿਹਦੇ ਸਮਰਥਨ ਦੇ ਵਿੱਚ ਦਿੰਦੇ ਨੇ। ਪਰ ਜਿਹੜਾ ਅੱਜ ਦਾ ਸਾਡਾ ਐਨਾਲਿਸਿਸ ਸੀ, ਜਿਹੜਾ ਵਿਸ਼ਲੇਸ਼ਣ ਸੀ, ਉਹ ਇਹ ਸੀ ਕਿ ਇੰਦਰ ਸੇਖੜੀ ਕਿੱਥੇ ਖਲੋਤਾ, ਅਸ਼ਵਨੀ ਸੇਖੜੀ ਕਿੱਥੇ ਖਲੋਤਾ, ਔਰ ਤ੍ਰਿਪਤ ਬਾਜਵੇ ਹੁਣੀ ਕਿੱਥੇ ਖਲੋਤੇ ਨੇ, ਜਾਂ ਪ੍ਰਤਾਪ ਸਿੰਘ ਬਾਜਵੇ ਦੀ ਜਿਹੜੀ ਸਥਿਤੀ ਕੀ ਆ। ਜੇਕਰ ਮੈਂ ਸਾਰੀ ਗੱਲ ਨੂੰ ਸਮ ਅਪ ਕਰਾਂ, ਸਮ ਅਪ ਕਰਕੇ ਮੈਂ ਇਹੋ ਹੀ ਕਹਿ ਸਕਦਾ ਕਿ ਇੰਦਰ ਸੇਖੜੀ ਔਰ ਅਸ਼ਵਨੀ ਸੇਖੜੀ ਦਾ ਜਿਹੜਾ ਆਪਸੀ ਵਾਦ ਵਿਵਾਦ ਆ, ਇਹੋ ਹੀ ਹੁਣ ਅਸ਼ਵਨੀ ਸੇਖੜੀ ਨੂੰ ਅਕਾਲੀ ਦਲ ਵਿੱਚ ਜਾਣ ਤੋਂ ਡੱਕੇਗਾ। ਕਿਉਂਕਿ ਜਿਸ ਤਰੀਕੇ ਨਾਲ ਅਕਾਲੀ ਦਲ ਨੂੰ ਵਰਤਿਆ ਇਹਨੇ, ਅਸ਼ਵਨੀ ਸੇਖੜੀ ਨੇ ਵਰਤ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਬਲੈਕਮੇਲਿੰਗ ਕੀਤੀ, ਹਿੰਦੂ ਕਾਰਡ ਖੇਡਿਆ, ਔਰ ਹਿੰਦੂ ਕਾਰਡ ਖੇਡਦਿਆਂ ਲੋਕਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਸਥਿਤੀ ਨੂੰ ਦਰਸਾਇਆ, ਤਾਂ ਅਕਾਲੀ ਦਲ ਵਿੱਚ ਉਹ ਗਏ ਨਹੀਂ। ਦੂਜੇ ਪਾਸੇ ਇੰਦਰ ਸੇਖੜੀ ਜਿਹੜੇ ਨੇ ਅਕਾਲੀ ਦਲ 'ਚ ਨੇ, ਉਹ ਕਦੇ ਵੀ ਨਹੀਂ ਚਾਹੁੰਗੇ ਕਿ ਮੇਰਾ ਹੁਣ ਭਰਾ ਦੁਬਾਰਾ ਇਸ ਪਾਸੇ ਆਏ, ਕਿਉਂਕਿ ਉਹਨਾਂ ਲੰਮੇ ਸਮੇਂ ਤੋਂ ਕੰਮ ਕੀਤਾ। ਸੋ ਸਥਿਤੀਆਂ ਜਿਹੜੀਆਂ ਨੇ ਦਿਲਚਸਪ ਨੇ। ਬਾਕੀ ਹਾਂ, ਅੱਗੋਂ ਸੰਭਾਵਨਾਵਾਂ ਜਿਸ ਤਰ੍ਹਾਂ ਬਣੀਆਂ ਰਹਿੰਦੀਆਂ ਨੇ, ਕੀ ਸੰਭਾਵਨਾਵਾਂ ਕੀ ਨੇ ਜਾਂ ਕੀ ਨਹੀਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਬਾਕੀ ਕਾਂਗਰਸ ਪਾਰਟੀ ਜੇਕਰ ਹਿੰਦੂ ਚਿਹਰੇ ਵਜੋਂ ਟਿਕਟ ਦਿੰਦੀ ਹੈ ਤਾਂ ਫਿਰ ਕੁਦਰਤੀ ਤੌਰ ਤੇ ਅਸ਼ਵਨੀ ਸੇਖੜੀ ਦੇ ਹੀ ਨਾਂ ਤੇ ਗੁਣਾ ਪੈਂਦਾ, ਕਿਉਂਕਿ ਹੋਰ ਲੀਡਰ ਕੋਈ ਅਸ਼ਵਨੀ ਸੇਖੜੀ ਤੋਂ ਇਲਾਵਾ ਅਜੇ ਤੱਕ ਕੋਈ ਹੈ ਨਹੀਂ ਬਟਾਲੇ ਦੇ ਵਿੱਚ। ਪਰ ਹੁਣ ਚੱਲਦੀ ਕਿਹਦੀ ਹੈ, ਕਿਉਂਕਿ ਜਿਸ ਤਰੀਕੇ ਨਾਲ ਮਾਝਾ ਬ੍ਰਿਗੇਡ ਅੱਜ ਕੱਲ੍ਹ ਪੂਰੇ ਤੌਰ ਤੇ ਐਕਟਿਵ ਆ, ਤਾਂ ਇਹ ਤਾਂ ਫਿਰ ਸਾਫ਼ ਹੀ ਹੈ ਕਿ ਬਦਲੇ ਵੀ ਜਾ ਸਕਦੇ। ਜੇਕਰ ਕਾਂਗਰਸ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਵਰਗੇ ਬੰਦੇ ਧਾਕੜ ਸਿਆਸਤ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾ ਸਕਦੀ ਹੈ, ਤਾਂ ਫਿਰ ਬਹੁਤ ਕੁਝ ਕਿਸੇ ਵਿਧਾਨ ਸਭਾ ਸੀਟ ਦੇ ਹਲਕੇ ਨੂੰ ਲੈ ਕੇ ਹੋ ਸਕਦਾ ਹੈ। ਜੀ ਮਾਨ ਸਾਹਿਬ। ਸਾਹਿਬ ਤੁਸੀਂ 2022 ਦੀ ਇੱਕ ਹੌਟ ਸੀਟ, ਜੋ ਕਿ ਸਭ ਤੋਂ ਹੌਟ ਸੀਟ ਵੀ ਹੋ ਸਕਦੀ ਹੈ, ਉਸ ਬਾਰੇ ਵਿਸਥਾਰ ਨਾਲ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਸ ਸਮੇਂ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ 2022 ਦੇ ਚੋਣਾਂ ਦੇ ਮੱਦੇਨਜ਼ਰ ਹੌਟ ਸੀਟ ਨਜ਼ਰ ਆ ਰਹੀ ਬਟਾਲਾ ਸੀਟ ਦੇ ਸਿਆਸੀ ਸਮੀਕਰਨ ਕੀ ਹੋ ਸਕਦੇ ਨੇ, ਕਿਹੜੇ ਕਿਹੜੇ ਉਹ ਚਿਹਰੇ ਨੇ ਜਿਨ੍ਹਾਂ ਦੇ ਵਿਚਕਾਰ ਸਿੱਧੀ ਟੱਕਰ ਹੋ ਸਕਦੀ ਹੈ, ਤੇ ਕਿਹੜੇ ਉਹ ਉਮੀਦਵਾਰ ਨੇ ਜਾਂ ਕਿਹੜੇ ਉਹ ਚਿਹਰੇ ਨੇ ਜੋ ਦੂਸਰੇ ਉਮੀਦਵਾਰਾਂ ਨੂੰ ਜਿਨ੍ਹਾਂ ਨੂੰ ਟਿਕਟ ਦਿੱਤੀ ਹੈ ਉਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨਗੇ, ਉਹਨਾਂ ਬਾਰੇ ਵੀ ਸਪਸ਼ਟ ਤੌਰ ਤੇ ਕੋਸ਼ਿਸ਼ ਕੀਤੀ ਹੈ। ਵੀ ਤੁਹਾਨੂੰ ਚਰਚਾ ਕਿਵੇਂ ਲੱਗੀ, ਇੱਕ ਅਗਲੀ ਹੌਟ ਸੀਟ ਬਾਰੇ, ਕਿਸ ਹੌਟ ਸੀਟ ਉੱਪਰ ਜ਼ਿਆਦਾ ਗੁੰਝਲਦਾਰ ਸਥਿਤੀ ਬਣੀ ਹੈ, ਉਸ ਬਾਰੇ ਵੀ ਚਰਚਾ ਕਰਾਂਗੇ। ਇੱਕ ਵਾਰ ਫਿਰ ਤੋਂ ਇਨਵਾਈਟ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਨੂੰ। ਜਦੋਂ ਤੱਕ ਨੈਕਸਟ ਸੀਟ ਬਾਰੇ ਚਰਚਾ ਕਰਨ ਲਈ ਇਕੱਠੇ ਹੋਈਏ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।